ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਧਨ ਅਨਕ ਵਾਰ, ਸਰਬ ਕਲਾ ਸਮਰਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਇ। ਜਿਨ ਐਸਾ ਕਰ ਬੂਝਿਆ, ਮੀਤ ਹਮਾਰਾ ਸੋਏ। ਜਿਨ ਐਸਾ ਕਰ ਬੂਝਿਆ, ਮੀਤ ਹਮਾਰਾ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ। ਅਣ ਹੁੰਦੇ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਇਕ ਫਿੱਕਾ ਨਾ ਗਲਾਹੇ, ਸਭ ਨਾਮੈ ਸਚਾ ਧਣੀ। ਇਕ ਫਿੱਕਾ ਨਾ ਗਲਾਏ, ਸਭ ਨਾਮੈ ਸਚਾ ਧਣੀ। ਹਿਆਉ ਨ ਕਹੀ ਠਾਹੇ, ਮਾਨਕ ਸਭ ਅਮੋਲ ਵੇ। ਸਭਨਾ ਮਨ ਮਾਣਿਕ, ਠਾਣ ਮੂਲ ਮਚਾਂਗਵਾ। ਜੇ ਤੋ ਪ੍ਰਿਆ ਦੀ ਸਿਕ, ਹਿਆਉ ਨ ਠਾਏ ਕਹੀਦਾ। ਜੇ ਤੋ ਪ੍ਰਿਆ ਦੀ ਸਿਕ, ਹਿਆਉ ਨ ਠਾਏ ਕਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗਹੁ ਜੁਗ ਅਟਲ, ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਸਤਸੰਗੀ ਜਨੋ, ਸਾਹਿਬਾਨ ਨੇ ਕਿਰਪਾ ਕੀਤੀ ਹੈ ਸਾਨੂੰ ਅੰਮ੍ਰਿਤ ਬਾਣੀ ਦਾ ਇਹ ਖਜ਼ਾਨਾ ਜੋ ਗੁਰੂ ਨਾਨਕ ਪਾਤਸ਼ਾਹ ਦੇ ਰਾਹੀਂ ਸਾਡੇ ਤੱਕ ਪਹੁੰਚਿਆ, ਇਸ ਖਜ਼ਾਨੇ ਨੂੰ ਸੰਭਾਲਣ ਵਾਸਤੇ
ਇਹਦੀ ਰੱਖਿਆ ਦੇ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਤੀ ਤਵੀ ਤੇ ਬੈਠਣਾ ਕੀਤਾ, ਦੇਗ ਦੇ ਵਿੱਚ ਉਬਾਲੇ ਖਾਧੇ ਅਤੇ ਸੀਸ ਦੇ ਅੰਦਰ ਗਰਮ ਰੇਤ ਪਵਾ ਲਈ। ਪਰ ਇਸ ਰੱਬੀ ਖਜ਼ਾਨੇ ਦੀ ਆਪ ਜੀ ਨੇ ਰੱਖਿਆ ਕੀਤੀ। ਇਸ ਨੂੰ ਆਚ ਨਾ ਆਣ ਦਿੱਤੀ, ਕਿਉਂਕਿ ਇਹ ਉਹ ਬਾਣੀ ਹੈ, ਭਾਵੇਂ ਉਹ ਭਗਤਾਂ ਦੇ ਮੁਖਾਰਬਿੰਦ ਤੋਂ ਉਚਾਰਨ ਹੋਈ, ਭੱਟ ਸਾਹਿਬਾਨਾਂ ਦੇ, ਸਿੱਖਾਂ ਦੇ ਤੇ ਗੁਰੂ ਸਾਹਿਬ ਜੀ ਦੇ, ਪਰ ਇਸ ਬਾਣੀ ਦੇ ਵਿੱਚ ਉਹ ਰੂਹਾਨੀਅਤ ਹੈ ਜਿਹੜੀ ਹਰ ਇੱਕ ਮਨੁੱਖ ਨੂੰ ਖੁਦਾ ਦੇ ਘਰ ਤੱਕ ਲੈ ਜਾਣ ਦੀ ਇਹ ਬਾਣੀ ਸਮਰੱਥਾ ਰੱਖਦੀ ਹੈ। ਰੱਬ ਦੇ ਘਰ ਤੱਕ ਜੇ ਕੋਈ ਜਿਗਿਆਸੂ ਪਹੁੰਚਣਾ ਚਾਹੁੰਦਾ ਹੈ, ਫਿਰ ਜਿਨ੍ਹਾਂ ਦੇ ਹਿਰਦੇ ਰੱਬ ਨਾਲ ਜੁੜੇ ਤੇ ਉਹਨਾਂ ਦੇ ਹਿਰਦੇ ਵਿੱਚੋਂ ਜੋ ਅਗੰਮੀ ਬੋਲ ਸੰਸਾਰ ਦੇ ਵਿੱਚ ਪ੍ਰਗਟ ਹੋਏ, ਉਹਨਾਂ ਦੇ ਬੋਲ ਸਾਨੂੰ ਪਰਮੇਸ਼ਰ ਤੱਕ ਲੈ ਜਾ ਸਕਦੇ ਹਨ, ਰੱਬ ਦੇ ਘਰ ਤੱਕ ਸਾਡੀ ਸੁਰਤ ਨੂੰ ਲੈ ਜਾ ਸਕਦੇ ਹਨ। ਹੋਰ ਕੋਈ ਸਾਡੇ ਕੋਲ ਹਿੱਲਾ ਵਸੀਲਾ ਤਰੀਕਾ ਨਹੀਂ ਹੈ। ਸੋ ਪਿਛਲੇ ਦਿਨਾਂ ਤੋਂ ਗੁਰੂ ਮਹਾਰਾਜ ਨੇ ਆਪਣਾ ਮਿਹਰ ਦਾ ਹੱਥ ਰੱਖਿਆ, ਆਪ ਸੰਗਤਾਂ ਨੇ ਪਿਆਰ ਬਖਸ਼ਿਆ। ਲੋਕਡਾਊਨ ਚੱਲਦੇ ਹੋਏ ਵੀ ਆਪ ਸੰਗਤਾਂ ਦੀ ਪ੍ਰੇਰਨਾ ਸਦਕਾ, ਕਿਉਂਕਿ ਜਦੋਂ ਲੋਕਡਾਊਨ ਹੋਇਆ ਤੇ ਲਗਭਗ ਕੁਝ ਦਿਨ ਸ਼ਾਮ ਦੀ ਕਥਾ ਲੜੀਵਾਰ ਬੰਦ ਰਹੀ। ਜਿਗਿਆਸੂ ਸੰਗਤਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ, ਜੋ ਦੇਸ਼ ਵਿਦੇਸ਼ ਵਿੱਚ ਵੀ ਸੰਗਤਾਂ, ਕਿਉਂਕਿ ਇਹ ਪ੍ਰੋਗਰਾਮ ਜਦੋਂ ਸਮਾਂ ਕਈ ਵਾਰੀ ਲਾਈਵ ਤੋਂ ਮਿਲ ਜਾਂਦਾ ਹੈ, ਜੇ ਉਸ ਤੋਂ ਬਾਅਦ ਵੀ ਕਈ ਗੁਰੂ ਪਿਆਰੇ ਇਸ ਵਿਚਾਰ ਨੂੰ ਸਰਵਣ ਕਰਦੇ ਹਨ। ਇਸ ਕਰਕੇ ਸਾਰੀ ਸੰਗਤਾਂ ਦੀ ਜੋ ਪ੍ਰੇਰਨਾ ਹੋਈ ਕਿ ਇਹ ਵਿਚਾਰ ਤੁਸੀਂ ਲੜੀਵਾਰ ਕਰੋ ਅਤੇ ਲਾਈਵ ਸੰਗਤਾਂ ਨੂੰ ਇਹ ਵਿਚਾਰ ਦੇ ਦਰਸ਼ਨ ਕਰਾਓ, ਇਸ ਵਿਚਾਰ ਨਾਲ ਜੋੜੋ। ਸੋ ਆਪ ਸੰਗਤਾਂ ਨੇ ਜੋ ਪਿਆਰ ਬਖਸ਼ਿਆ ਉਸ ਸਦਕਾ ਔਰ ਅਕਾਲ ਪੁਰਖ ਦੀ ਅਪਾਰ ਕਿਰਪਾ, ਗੁਰੂ ਨਾਨਕ ਦੀ ਕਿਰਪਾ ਦ੍ਰਿਸ਼ਟੀ ਮਿਹਰ ਜੋ ਸਤਿਗੁਰਾਂ ਨੇ ਬਣਾਈ ਰੱਖੀ ਸਾਰਿਆਂ ਦੇ ਉੱਤੇ, ਬਾਬਾ ਫਰੀਦ ਜੀ ਦੀ ਅੱਜ ਵਿਚਾਰ ਦੀ ਸਮਾਪਤੀ ਵਾਲੇ ਅਸੀਂ ਪਾਸੇ ਹਾਂ। ਸ਼ਲੋਕਾਂ ਦੀ ਕਥਾ ਸੰਪੂਰਨ ਹੋ ਜਾਣੀ ਹੈ, ਪਰ ਇਹ ਵਿਚਾਰ ਜੁਗੋਂ ਜੁਗ ਅਟਲ ਹੈ, ਇਹ ਕਦੀ ਖਤਮ ਨਹੀਂ ਹੋਏਗੀ। ਬਾਬਾ ਫਰੀਦ ਜੀ ਨੇ ਜੋ ਆਪਣੀ ਵਿਚਾਰ ਆਰੰਭ ਕੀਤੀ ਸੀ, ਉਹ ਸ਼ੁਰੂਆਤ ਕੀਤੀ ਹੈ ਮੌਤ ਤੋਂ, ਕਿ ਜਿਤ ਦਿਹਾੜੈ ਧਨ ਵਰੀ ਸਾਏ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਵਿਖਾਲੇ ਆਏ। ਤੇ ਅੱਜ ਇਸ ਪੜਾਅ ਤੇ ਬਾਬਾ ਫਰੀਦ ਜੀ ਨੇ ਸਾਨੂੰ ਪਹੁੰਚਾਇਆ ਕਿ ਜੇ ਤੇਰੇ ਜੀਵਨ ਦੇ ਅੰਦਰ ਇਹ ਤਾਂਘ ਹੈ ਪ੍ਰਭੂ ਨੂੰ ਮਿਲਣੇ ਦੀ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨ ਦੀ, ਫਿਰ ਤੇਰਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ ਹੈ। ਆਓ ਕਿ ਇਹਨਾਂ ਸੰਸਾਰ ਦੇ ਵਿਕਾਰਾਂ ਵਿੱਚੋਂ ਨਿਕਲ ਕੇ ਪਰਮਾਤਮਾ ਨੂੰ ਮਿਲਣ ਦੀ ਜੇ ਤੇਰੇ ਅੰਦਰ ਤਾਂਘ ਹੈ, ਤਾਂ ਬਾਬਾ ਫਰੀਦ ਜੀ ਨੇ ਇਹ ਜਿਹੜੇ 5 ਸ਼ਲੋਕ ਆਖਿਰਲੇ ਨੇ, ਇਹਨਾਂ ਵਿੱਚੋਂ ਜੀਵਨ ਦਾ ਵਿਸ਼ੇਸ਼ ਤੱਤ ਜਿਹੜਾ ਰੱਬ ਦੇ ਨੇੜੇ ਹੋਣ ਵਾਲੇ ਜਿਗਿਆਸੂ ਸੱਜਣਾ ਵਾਸਤੇ ਰੱਖਿਆ। ਤੋ 102 ਸ਼ਲੋਕ ਆਪਾਂ ਕੱਲ ਵਿਚਾਰ ਲਏ ਸਾਂ। ਕਵਨ ਸੋ ਅੱਖਰ ਕਵਨ ਗੁਣ ਵਾਲਾ ਅਤੇ ਨਿਵਣ ਸੋ ਅੱਖਰ ਖਵਨ ਗੁਣ, ਜੋ ਇਸ ਦਾ ਜਵਾਬ ਬਾਬਾ ਫਰੀਦ ਜੀ ਨੇ ਦਿੱਤਾ ਸੀ। 3 ਸ਼ਲੋਕਾਂ ਦਾ ਮੂਲ ਪਾਠ ਅੱਜ ਕੀਤਾ ਹੈ। ਆਓ ਇਹਨਾਂ ਨੂੰ ਅੱਜ ਆਪਾਂ ਵਿਚਾਰੀਏ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ।
ਬੜੀ ਕੀਮਤੀ ਵਿਚਾਰਾਂ ਨੇ ਜੋ ਬਾਬਾ ਫਰੀਦ ਜੀ ਨੇ ਸਾਰੀ ਮਾਨਵਤਾ ਦੇ ਸਾਹਮਣੇ ਰੱਖੀਆਂ ਹਨ। ਸੋ ਗੁਰੂ ਸਾਹਿਬ ਕਿਰਪਾ ਕਰਨ, ਆਪ ਸਿਰ ਤੇ ਮਿਹਰ ਦਾ ਹੱਥ ਰੱਖਣ, ਆਪ ਰਸਨਾ ਤੇ ਸਤਿਗੁਰੂ ਜੀ ਵਰਤਨ ਤਾਂ ਕਿ ਇਹ ਵਿਚਾਰਾਂ ਆਪ ਸੰਗਤਾਂ ਦੇ ਨਾਲ ਸਾਂਝੀ ਕਰ ਸਕੀਏ। ਸਾਰਿਆਂ ਨੇ ਅਸੀਸਾਂ ਬਖਸ਼ਣੀਆਂ। ਆਪ ਜੀ ਦੇ ਪਿਆਰ ਸਦਕਾ, ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਇਹ ਸਾਰੀਆਂ ਵਿਚਾਰਾਂ ਦੇ ਪ੍ਰਭਾਵ ਦੇਸ਼ ਪ੍ਰਦੇਸ਼ ਵਿੱਚ ਲਾਈਵ ਜਾ ਰਹੇ ਹਨ। ਸੰਗਤਾਂ ਘਰਾਂ ਵਿੱਚ ਬੈਠ ਕੇ ਇਸ ਬਾਣੀ ਰਾਹੀਂ ਲਾਭ ਪ੍ਰਾਪਤ ਕਰ ਰਹੀਆਂ ਹਨ। ਸੋ ਆਓ ਅੱਜ ਦੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਮਨੋਬਿਰਤੀਆਂ ਇਕਾਗਰ ਕਰੋ, ਆਪਣੀ ਰਸਨਾ ਨੂੰ ਪਵਿੱਤਰ ਕਰੋ। ਪ੍ਰੇਮ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ ਜੀ। ਸੰਸਾਰ ਦੇ ਵਿੱਚ ਮਨੁੱਖ ਇੱਕ ਲੰਬਾ ਪੈਂਡਾ ਤੈਅ ਕਰਕੇ ਇੱਕ ਲੰਬੀ ਯਾਤਰਾ ਤੋਂ ਬਾਅਦ ਇਹ ਮਨੁੱਖਾ ਜੀਵਨ ਪ੍ਰਾਪਤ ਹੁੰਦਾ ਹੈ। ਔਰ ਇਸ ਜੀਵਨ ਦੇ ਵਿੱਚ ਇਸ ਨੂੰ ਇੱਕ ਮੌਕਾ ਹੈ, ਅਵਸਰ ਹੈ ਰੱਬ ਦੇ ਵਿੱਚ ਅਭੇਦ ਹੋਣ ਦਾ, ਪਰਮੇਸ਼ਰ ਦੇ ਨਾਲ ਇੱਕ ਮਿਕ ਹੋਣ ਦਾ। ਪਿਆਰ ਵਾਲਿਓ, ਸੱਚ ਜਾਣਨਾ, ਅਸੀਂ ਬਹੁਤ ਸਾਰੇ ਜਨਮ ਇਸ ਮਨੁੱਖਾ ਜਨਮ ਤੋਂ ਪਹਿਲਾਂ ਸੰਸਾਰ ਦੇ ਵਿੱਚ ਲਏ ਔਰ ਇਸ ਜਨਮ ਦੀ ਉਡੀਕ ਕਰ ਰਹੇ ਸਾਂ ਕਿ ਕਦੋਂ ਇਹ ਮਨੁੱਖਾ ਜਨਮ ਮਿਲੇਗਾ। ਸਤਿਗੁਰਾਂ ਨੇ ਬਾਣੀ ਵਿੱਚ ਇਸ ਤਰ੍ਹਾਂ ਆਖਿਆ ਕਿ ਇਹ ਜੀਓ ਬਹੁਤੇ ਜਨਮ ਭਰਮਿਆ। ਇਹ ਜੀਵ ਆਤਮਾ ਬਹੁਤੇ ਜਨਮਾਂ ਦੇ ਵਿੱਚ ਭਟਕਦੀ ਹੋਈ ਇਸ ਮਨੁੱਖਾ ਜੀਵਨ ਤੱਕ ਆਈ। ਇਸ ਨੂੰ ਗੁਰੂ ਸਾਹਿਬ ਨੇ ਇਸ ਤਰ੍ਹਾਂ ਵੀ ਕਿਹਾ ਕਿ ਕਈ ਜਨਮ ਪਹਿ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਹੈਵਰ ਵਰਖ ਜੋਇਓ, ਕਈ ਜਨਮ ਇਹ ਕਈ ਜਨਮ ਪੰਖੀ ਸਰਬ ਹੋਇਓ, ਕਈ ਜਨਮ ਹੈਵਰ ਵਰਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲ ਇਹ ਦੇਹ ਸੰਜਰੀਆ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਖਿਰ ਹਰਿਆ, ਕਈ ਜਨਮ ਸਾਕਰ ਉਪਾਇਆ, ਲਖ 84 ਜੋਨ ਭਰਮਾਇਆ। ਇਤਨਾ ਲੰਬਾ ਸਾਡਾ ਪੈਂਡਾ ਹੈ ਜੋ ਸਤਿਗੁਰ ਨੇ ਸਾਡੇ ਸਾਹਮਣੇ ਰੱਖਿਆ। ਮਹਾਰਾਜ ਕਹਿੰਦੇ ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਤੋਂ ਪੱਥਰ ਬਣਿਆ ਰਿਹਾ, ਕਈ ਜਨਮ ਤੂੰ ਮਾਤਾ ਦੇ ਗਰਭ ਦੇ ਵਿੱਚ ਖਿਰਦਾ ਰਿਹਾ। ਉਸ ਤੋਂ ਬਾਅਦ ਕਈ ਜਨਮ ਸਾਗ ਕਰ ਉਪਾਇਆ। ਸਾਗ ਦਾ ਅਰਥ ਹੈ ਬਨਸਪਤੀ। ਆਓ ਕਿ ਪਹਿਲਾਂ ਪੱਥਰ ਬਣਿਆ, ਪੱਥਰ ਤੋਂ ਬਾਅਦ ਬਨਸਪਤੀ, ਪਤਾ ਨਹੀਂ ਕਿਤਨੇ ਜਨਮ ਬਨਸਪਤੀ ਬਣਿਆ ਰਿਹਾ, ਵੱਖ ਵੱਖ ਬਨਸਪਤੀ ਵਿੱਚ ਤੂੰ ਵਿਚਰਦਾ ਰਿਹਾ। ਉਸ ਤੋਂ ਬਾਅਦ ਫਿਰ ਕਈ ਜਨਮ ਪਸ਼ੂਆਂ ਦੀ ਜੂਨਾਂ ਵਿੱਚ ਭਟਕਦਾ ਰਿਹਾ, ਪੰਛੀਆਂ ਦੀ ਜੂਨਾਂ ਵਿੱਚ ਭਟਕਦਾ ਰਿਹਾ, ਸੱਪਾਂ ਦੀ ਜੂਨਾਂ ਵਿੱਚ ਭਟਕਦਾ ਰਿਹਾ। ਕਿਤਨੇ ਲੰਬੀ ਯਾਤਰਾ ਤੋਂ ਬਾਅਦ ਇਹ ਮਨੁੱਖਾ ਜੀਵਨ ਤੈਨੂੰ ਪ੍ਰਾਪਤ ਹੋਇਆ। ਔਰ ਮਿਲਿਆ ਕਿਉਂ? ਮਿਲ ਜਗਦੀਸ਼ ਮਿਲਨ ਕੀ ਵਰਿਆ, ਚਰੰਕਾਲ ਇਹ ਦੇਹ ਸੰਜਰਿਆ। ਚਰੰਕਾਰ ਦਾ ਅਰਥ ਲੰਬੇ ਸਮੇਂ ਤੋਂ ਬਾਅਦ ਇਹ ਦੇਹ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਬਖਸ਼ੀ, ਤੇਰੀ ਦੇਹ ਨੂੰ ਬਣਾਇਆ। ਔਰ ਇਸ ਕਰਕੇ ਬਣਾਇਆ ਕਿ ਤੂੰ ਪਰਮੇਸ਼ਰ ਦੇ ਵਿੱਚ ਅਭੇਦ ਹੋ ਸਕੇ। ਪਰ ਸੰਸਾਰ ਦੇ ਵਿੱਚ ਆ ਕੇ ਮਨੁੱਖ ਜਦੋਂ ਕੁਝ ਪ੍ਰਾਪਤ ਕਰਦਾ ਹੈ ਤਾਂ ਸੱਚ ਜਾਣਨਾ ਉਸ ਪ੍ਰਾਪਤੀ ਨੂੰ ਹੀ ਇਹ ਮਨੁੱਖ ਸਭ ਕੁਝ ਸਮਝ ਲੈਂਦਾ ਹੈ। ਉਸ ਨੂੰ ਸਤਿਗੁਰੂ ਆਖਦੇ ਨੇ ਕੀਤੇ ਕੋ ਮੇਰੇ ਸਮਾਨੈ, ਕਰਨ ਹਾਰ ਤਰਨ ਜਾਣੈ। ਮਨੁੱਖ ਦੀ ਇੱਕ ਆਦਤ ਹੈ
ਜੋ ਕੁਝ ਆਪ ਇਹ ਕਰ ਰਿਹਾ, ਉਸ ਕੀਤੇ ਹੋਏ ਨੂੰ ਜੋ ਸਰੀਰ ਤੋਂ ਹੋ ਰਿਹਾ ਚੰਗਾ, ਉਸ ਨੂੰ ਕਹਿੰਦਾ ਕਿ ਇਹ ਮੈਂ ਕੰਮ ਕੀਤਾ ਹੈ। ਸੁਮੇਧ ਪਰਵਤ ਜਿੰਨਾ ਵੱਡਾ ਪਾਓ ਕਿ ਇਹ ਕੰਮ ਕੋਈ ਕਰ ਹੀ ਨਹੀਂ ਸਕਦਾ ਸੀ, ਮੈਂ ਕਰ ਦਿੱਤਾ। ਇਹ ਮਨੁੱਖ ਦੀ ਹਾਲਤ ਹੈ। ਔਰ ਜੋ ਅਕਾਲ ਪੁਰਖ ਵਾਹਿਗੁਰੂ ਸਰੀਰ ਦੇ ਅੰਦਰ ਬੈਠਾ ਹੋਇਆ, ਸਰੀਰ ਤੋਂ ਕਰਾ ਰਿਹਾ ਹੈ, ਉਸ ਨੂੰ ਤਿਨਕੇ ਮਾਤਰ ਸਮਝਦਾ ਹੈ। ਕੀਤੇ ਕੋ ਮੇਰੇ ਸਮਾਨੈ, ਕਰਨ ਹਾਰ ਤਰਨ ਜਾਣੈ। ਮਰ ਕਹਿੰਦੇ ਤੂੰ ਦਾਤਾ ਮੰਗਨ ਕੋ ਸਗਲੀ ਦਾਨ ਦੇਹ ਪ੍ਰਭਾਨੈ। ਹੇ ਪਰਮਾਤਮਾ ਤੂੰ ਦਾਤਾ ਹੈ, ਸਾਰਾ ਸੰਸਾਰ ਮੰਗਤਾ ਹੈ। ਔਰ ਕਈ ਵਾਰੀ ਅਸੀਂ ਮੰਗਤੇ ਦਾਤੇ ਬਣ ਕੇ ਬਹਿ ਜਾਂਦੇ। ਜੋ ਸਾਡੇ ਕੋਲ ਅਸੀਂ ਕਹਿੰਦੇ ਇਹ ਅਸੀਂ ਪ੍ਰਾਪਤ ਕੀਤਾ ਹੈ, ਇਹ ਸਾਡੇ ਕਰਕੇ ਮਿਲਿਆ। ਨਹੀਂ ਪਿਆਰਿਓ, ਇਹ ਸਾਡੇ ਮਿੱਟੀ ਦੇ ਪੁਤਲੇ ਦੀ ਐਸੀ ਹਾਲਤ ਹੈ। ਸਾਧੂ ਕਹਿੰਦੇ ਮਾਟੀ ਕੋ ਪੁਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ ਦੋਰਿਓ ਫਿਰਤ ਹੈ। ਜਬ ਕਛ ਪਾਵਤ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਇਹ ਮਿੱਟੀ ਦਾ ਪੁਤਲਾ ਹੈ, ਦੇਖਦਾ, ਸੁਣਦਾ, ਬੋਲਦਾ, ਚੱਲਦਾ, ਉੱਠਦਾ, ਬੈਠਦਾ। ਇਸ ਦੇ ਸਰੀਰ ਕੰਮ ਕਰਦਾ, ਹੱਥ ਕੰਮ ਕਰਦੇ, ਕੁਛ ਪ੍ਰਾਪਤ ਕਰ ਲੈਂਦਾ ਹੈ। ਜਦੋਂ ਪ੍ਰਾਪਤ ਕਰਦਾ ਤੇ ਕਹਿੰਦਾ ਮੈਂ ਪ੍ਰਾਪਤ ਕੀਤਾ ਹੈ। ਜਬ ਕਛ ਪਾਵਤ, ਜਦੋਂ ਕੁਛ ਵੀ ਪ੍ਰਾਪਤ ਕਰ ਲਵੇ, ਭਾਵੇਂ ਮਤ ਮਿਲ ਜਾਏ, ਤਨ ਮਿਲ ਜਾਏ, ਸੁੰਦਰ ਤਨ ਮਿਲ ਜਾਏ, ਜੋ ਵੀ ਇਸ ਨੂੰ ਪ੍ਰਾਪਤ ਹੋਇਆ, ਕਹਿੰਦਾ ਵੀ ਮੈਨੂੰ ਇਹ ਮਿਲਿਆ, ਮੇਰੀ ਬਦੌਲਤ ਹੈ। ਮਨੁੱਖ ਜੋ ਮਿਲਿਆ ਹੈ, ਕਹਿੰਦਾ ਵੀ ਇਹ ਮੇਰੇ ਕਰਕੇ ਮਿਲਿਆ। ਇਸ ਕਰਕੇ ਇਸ ਦਾ ਜਦੋਂ ਕੁਛ ਪ੍ਰਾਪਤ ਕਰਦਾ ਬੰਦਾ ਤੇ ਹੰਕਾਰ ਕਰਦਾ, ਤੇ ਜਦੋਂ ਇਹ ਚੀਜ਼ ਮਿਲੀ ਹੋਈ ਚਲੀ ਜਾਂਦੀ ਹੈ। ਔਰ ਇੱਕ ਗੱਲ ਜੀਵਨ 'ਚ ਪੱਕੀ ਕਰ ਲੈਣਾ, ਜੋ ਸਾਡੇ ਕੋਲ ਅੱਜ ਹੈ ਉਹ ਇੱਕ ਦਿਨ ਨਾਸ ਜ਼ਰੂਰ ਹੋਵੇਗਾ। ਜੋ ਮਿਲਿਆ ਉਸਨੇ ਜਾਣਾ ਜ਼ਰੂਰ ਹੈ, ਉਹ ਸਾਡੇ ਕੋਲ ਨਹੀਂ ਰਹੇਗਾ। ਗੁਰਬਾਣੀ ਨੇ ਇਹ ਗੱਲ ਬਿਲਕੁਲ ਪੱਕੀ ਕੀਤੀ। ਔਰ ਬਾਬਾ ਫਰੀਦ ਜੀ ਨੇ ਪਹਿਲੇ ਸ਼ਲੋਕ ਵਿੱਚ ਹੀ ਗੱਲ ਇੱਥੋਂ ਸ਼ੁਰੂ ਕੀਤੀ, ਜੋ ਤੇਰੇ ਕੋਲ ਹੈ ਇਸਨੇ ਇੱਕ ਦਿਨ ਵਿੰਸ ਜਾਣਾ। ਤਾਂ ਕਿ ਸਾਡੇ ਜੀਵਨ ਦੇ ਅੰਦਰ ਠਹਿਰਾਓ ਆ ਜਾਵੇ, ਸਾਡੇ ਜੀਵਨ ਵਿੱਚ ਜੋ ਮਿਲਿਆ ਉਸਦਾ ਮਾਣ ਤੇ ਹੰਕਾਰ ਨਾ ਆਵੇ। ਇਸ ਕਰਕੇ ਸਭ ਤੋਂ ਸ਼ੁਰੂਆਤ ਇਹ ਕੀਤੀ ਵੀ ਤੂੰ ਮਰ ਜਾਣਾ, ਤੇਰੀ ਮੌਤ ਹੋ ਜਾਣੀ ਹੈ। ਇਸ ਕਰਕੇ ਜੇ ਤੂੰ ਮਰ ਹੀ ਜਾਣਾ, ਇੱਕ ਦਿਨ ਸੰਸਾਰ ਨੂੰ ਛੱਡ ਕੇ ਚਲੇ ਜਾਣਾ, ਕੋਈ ਚੀਜ਼ ਵੀ ਤੇਰੇ ਨਾਲ ਨਹੀਂ ਜਾਣੀ, ਫਿਰ ਕਿਸੇ ਚੀਜ਼ ਦਾ ਤੂੰ ਸੰਸਾਰ ਦੇ ਵਿੱਚ ਮਾਣ ਨਾ ਕਰ। ਅੱਜ ਇੱਥੋਂ ਗੱਲ ਸ਼ੁਰੂ ਕਰ ਰਹੇ ਨੇ ਬਾਬਾ ਫਰੀਦ ਜੀ। ਕੀ ਕਹਿ ਰਹੇ ਨੇ? ਮਤ ਹੁੰਦੀ ਹੋਏ ਇਹ ਆਣਾ ਕਿ ਹੇ ਮਨੁੱਖ, ਜੇ ਤੇਰੇ ਕੋਲ ਅਕਾਲ ਪੁਰਖ ਵਾਹਿਗੁਰੂ ਦੀ ਦਿੱਤੀ ਹੋਈ ਮਤ ਹੈ, ਅਕਲ ਹੈ, ਗਿਆਨ ਹੈ, ਸੋਝੀ ਹੈ, ਤਾਂ ਤੂੰ ਅਣਜਾਣ ਬਣ। ਆਓ ਕਿ ਜੋ ਮਨੁੱਖ ਅਕਲ ਹੁੰਦਿਆਂ ਵੀ ਅਣਜਾਣ ਬਣੇ। ਅਕਲ ਹੈਗੀ ਹੈ, ਗਿਆਨ ਹੈਗਾ ਹੈ, ਸਮਝ ਹੈਗੀ ਹੈ, ਪਰ ਅਣਜਾਣ ਬਣੇ ਰਹਿੰਦੇ ਨੇ, ਜਿਵੇਂ ਕੁਝ ਜਾਣਦੇ ਹੀ ਨਹੀਂ ਹਨ। ਔਰ ਸੰਸਾਰ ਨੂੰ ਜਦੋਂ ਧਿਆਨ ਨਾਲ ਤੱਕੋਗੇ ਨਾ, ਜਦੋਂ ਕੋਈ ਬੰਦਾ ਅਣਜਾਣ ਬਣਨ ਦਾ ਯਤਨ ਕਰਦਾ ਹੈ ਅਕਲ ਹੁੰਦਿਆਂ, ਤੇ ਲੋਕ ਕਹਿੰਦੇ ਨੇ ਸ਼ਾਇਦ ਇਹ ਝੱਲਾ ਹੈ, ਇਹ ਪਾਗਲ, ਇਹਨੂੰ ਕੁਝ ਸਮਝ ਹੀ ਨਹੀਂ ਹੈ। ਪਰ ਉਹਨਾਂ ਨੂੰ ਇਹ ਗੱਲ ਸਮਝ ਵਿੱਚ ਆ ਗਈ ਹੈ ਕਿ ਇਸ ਜੀਵਨ ਦੇ ਵਿੱਚੋਂ ਆਪਣੀ ਮਤ ਦਾ ਮਾਣ ਨਹੀਂ ਕਰਨਾ। ਦੇਖੋ ਬੜੇ ਪਿਆਰੇ ਬਚਨ ਨੇ ਸਤਿਗੁਰੂ ਰਾਮਦਾਸ ਪਿਤਾ ਦੇ, ਮਨ ਤੂੰ ਮਤ ਮਾਣ ਕਰੈ, ਜੇ ਹੋ ਕਿਸ ਜਾਣਦਾ ਗੁਰਮੁਖ ਨਿਮਾਣਾ ਹੋ। ਹੇ ਮਨਾ ਤੂੰ ਮਤਾ ਮਾਣ ਕਰ, ਜੇ ਕੁਝ ਤੈਨੂੰ ਸਮਝ ਆ ਗਈ ਹੈ ਤੇ ਗੁਰੂ ਦੇ ਸਨਮੁਖ ਹੋ ਕੇ ਨਿਮਾਣਾ ਹੋ। ਇਹ ਪੂਰਾ ਸ਼ਲੋਕ ਹੀ ਨਿਮਰਤਾ ਦੇ ਲਖਾਇਕ ਹੈ। ਆਓ ਕਿ ਜੇ ਮਨੁੱਖ ਅਕਲ ਹੁੰਦਿਆਂ ਵੀ ਅਣਜਾਣ ਬਣੇ, ਪਾਓ ਅਕਲ ਦੇ ਤਾਣ ਦੂਜਿਆਂ ਤੇ ਕੋਈ ਦਬਾਅ ਨਾ ਪਾਏ। ਦੇਖੋ ਬੰਦੇ ਕੋਲ ਅਕਲ ਹੁੰਦੀ ਹੈ, ਉਸ ਅਕਲ ਨਾਲ ਦੂਜਿਆਂ ਦੇ ਉੱਤੇ ਦਬਾਅ ਬਣਾਉਂਦਾ ਹੈ, ਦੂਜਿਆਂ ਨੂੰ ਥੱਲੇ ਦਬਾਉਣ ਦਾ ਯਤਨ ਕਰਦਾ ਹੈ, ਦੂਜਿਆਂ ਦੇ ਉੱਤੇ ਉਸ ਅਕਲ ਦੇ ਰਾਹੀਂ ਜ਼ੁਲਮ ਕਰਦਾ ਹੈ। ਇੱਕ ਬੇਨਤੀ ਕਰਾਂ, ਇੱਕ ਹੋਇਆ ਰਾਜਾ ਭੋਜ, ਉਸੇ ਦਰਬਾਰ ਦੇ ਵਿੱਚ ਕਵੀ ਕਾਲੀਦਾਸ ਰਹਿੰਦਾ ਹੈ। ਉਹ ਬੜੀ ਮਤ ਦਾ ਮਾਲਕ ਹੈ, ਤਾਣ ਦਾ ਮਾਲਕ ਹੈ। ਪਰ ਪਿਆਰ ਵੱਲੋਂ ਸੱਚ ਜਾਣਨਾ, ਇੱਕ ਦਿਨ ਕੀ ਹੋਇਆ ਕਿ ਇੱਕ ਬ੍ਰਾਹਮਣ
ਰਾਜੇ ਭੋਜ ਕੋਲ ਕੁਝ ਮੰਗਣ ਵਾਸਤੇ ਜਾਂਦਾ ਹੈ। ਉਹ ਜਦੋਂ ਉਸਦੇ ਕੋਲ ਪਹੁੰਚਦਾ ਹੈ ਤੇ ਉਹ ਗਰੀਬ ਬੜਾ ਹੈ, ਉਸਦੇ ਕੋਲ ਕੁਝ ਲਿਜਾਣ ਵਾਸਤੇ ਨਹੀਂ, ਤੇ ਰਸਤੇ ਵਿੱਚ ਜਾਂਦਿਆਂ ਇੱਕ ਕਿਸਾਨ ਕੋਲ ਕੁਝ ਗੰਨੇ ਲਏ ਨੇ ਤੇ ਆਪਣੀ ਪੰਡ ਵਿੱਚ ਬੰਨੇ ਨੇ ਤੇ ਤੁਰ ਪਿਆ। ਪੈਂਡਾ ਲੰਬਾ ਸੀ। ਇੱਕ ਨਗਰ ਪਿੰਡ ਜਾਣ ਕੇ ਦੁਪਹਿਰ ਨੂੰ ਵਿਸਰਾਮ ਕਰਨ ਲੱਗ ਪਿਆ। ਨਗਰ ਦੇ ਬੱਚੇ ਸ਼ਰਾਰਤੀ ਸਨ। ਉਹਨਾਂ ਨੇ ਕੀ ਕੀਤਾ ਕਿ ਇਹ ਬ੍ਰਾਹਮਣ ਵਿਚਾਰਾ ਸੁੱਤਾ ਪਿਆ ਰੁੱਖ ਦੇ ਥੱਲੇ, ਉਹ ਪੰਡ ਇੱਕ ਪਾਸੇ ਰੱਖੀ ਹੋਈ ਹੈ। ਉਹਨਾਂ ਨੇ ਪੰਡ ਖੋਲ੍ਹ ਕੇ ਵੇਖਿਆ ਤੇ ਗੰਨੇ ਨੇ। ਲਾਲਚ ਆ ਗਿਆ ਮਨ ਦੇ ਵਿੱਚ ਵੀ ਗੰਨੇ ਚੂਪ ਲਈਏ, ਗੰਨੇ ਖਾ ਲਈਏ। ਉਹਨਾਂ ਨੇ ਕੀ ਕੀਤਾ, ਬੱਚਿਆਂ ਨੇ ਉਹ ਗੰਨੇ ਤਾਂ ਕੱਢ ਲਏ, ਗੰਨਿਆਂ ਦੀ ਥਾਂ ਤੇ ਉਤਨੀ ਹੀ ਲੱਕੜਾਂ ਸੁੱਕੀਆਂ ਜਿਹੜੀਆਂ ਨੇ ਉਹ ਕੱਟ ਕੇ ਉਸਦੀ ਪੰਡ ਵਿੱਚ ਬੰਨ੍ਹ ਦਿੱਤੀਆਂ। ਜਿੰਨੇ ਵੱਡੇ ਗੰਨੇ ਸਨ, ਸੁੱਕੀਆਂ ਲੱਕੜਾਂ ਉਤਨੇ ਹੀ ਵੱਡੀਆਂ ਵੱਢ ਕੇ ਉਸ ਪੰਡ ਵਿੱਚ ਬੰਨ੍ਹ ਦਿੱਤੀਆਂ। ਉਸ ਤਰ੍ਹਾਂ ਹੀ ਕੱਪੜੇ ਵਿੱਚ ਬੰਨ੍ਹ ਕੇ ਤੇ ਰੱਖ ਦਿੱਤੀਆਂ ਉੱਥੇ। ਹੁਣ ਵਿਚਾਰਾ ਇਹ ਸਾਊ ਜਿਹਾ ਬ੍ਰਾਹਮਣ ਕੋਲ ਗਰੀਬੀ ਹੈ ਤੇ ਪਿਆਰ ਵਾਲਿਓ ਸੱਚ ਜਾਣਨਾ, ਇਹ ਹੁਣ ਉਹ ਪੰਡ ਲੈ ਕੇ ਚੱਲ ਪਿਆ ਤੇ ਚਲਦਾ 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 ਇਹ ਰਾਜੇ ਭੋਜ ਦੇ ਦਰਬਾਰ 'ਚ ਪਹੁੰਚ ਗਿਆ। ਹੁਣ ਜਦੋਂ ਰਾਜੇ ਭੋਜ ਦੇ ਦਰਬਾਰ 'ਚ ਪਹੁੰਚਿਆ, ਇਸਨੇ ਜਾ ਕੇ ਭੇਟਾ ਜਾਣ ਕੇ ਵੀ ਮੈਂ ਗੰਨੇ ਲੈ ਕੇ ਆਇਆ, ਮਠਿਆਈ ਜਾਣ ਕੇ, ਕਿਉਂਕਿ ਜਦੋਂ ਅਸੀਂ ਕਿਸੇ ਦੇ ਦਰ 'ਤੇ ਆਉਂਦੇ ਹਾਂ, ਆਪਾਂ ਖਾਸ ਕਰਕੇ ਜਦੋਂ ਗੁਰੂ ਦਰ 'ਤੇ ਆਉਂਦੇ, ਕਈ ਵਾਰੀ ਸਾਡਾ ਯਤਨ ਹੁੰਦਾ ਵੀ ਮਠਿਆਈ ਲੈ ਕੇ ਗੁਰੂ ਕੋਲ ਚੱਲੀਏ। ਗੁਰੂ ਕੋਲ ਕੁਛ ਮੰਗਣਾ ਨਾ ਤੇ ਅਸੀਂ ਪ੍ਰਸਾਦ ਕਰਾਉਂਦੇ ਹਾਂ, ਮਠਿਆਈ ਲੈ ਕੇ ਆਉਂਦੇ ਹਾਂ, ਮਿੱਠਾ ਲੈ ਕੇ ਆਉਂਦੇ, ਵੀ ਅਰਦਾਸ ਕਰਾਉਣੀ ਹੈ ਗੁਰੂ ਸਾਹਿਬ ਜੀ ਕੋਲੋਂ, ਇਹ ਦਾਤ ਮੰਗਣੀ ਹੈ ਤੇ ਅਸੀਂ ਮਿੱਠਾ ਲੈ ਕੇ ਆਉਂਦੇ ਹਾਂ। ਇਹਨੂੰ ਚੰਗਾ ਸ਼ਗਨ ਮੰਨਿਆ ਜਾਂਦਾ ਹੈ। ਇਹ ਬ੍ਰਾਹਮਣ ਵੀ ਸ਼ਗਨ ਦੇ ਤੌਰ ਤੋਂ ਰਾਜੇ ਭੋਜ ਕੋਲੋਂ ਕੁਛ ਮੰਗਣਾ ਸੀ, ਕਿਉਂਕਿ ਗਰੀਬ ਸੀ, ਧਨ ਮੰਗਣਾ ਸੀ ਉਸਦੇ ਕੋਲੋਂ। ਇਸ ਕਰਕੇ ਇਹ ਵੀ ਆਪਣੀ ਵਿੱਥ ਅਨੁਸਾਰ, ਕਿਉਂਕਿ ਘਰ 'ਤੇ ਕੁਛ ਵੀ ਨਹੀਂ ਸੀ, ਪਰ ਕਿਸੇ ਕਿਸਾਨ ਨੇ ਦਇਆ ਕੀਤੀ, ਉਸਨੇ ਕੁਛ ਗੰਨੇ ਦੇ ਦਿੱਤੇ ਤੇ ਗੰਨੇ ਸਮਝ ਕੇ ਇਹ ਲੈ ਕੇ ਗਿਆ। ਉਹ ਪੰਡ ਰਾਜਾ ਭੋਜ ਦੇ ਅੱਗੇ ਰੱਖੀ, ਦਰਬਾਰ ਸਜਿਆ ਹੋਇਆ ਸੀ। ਹੁਣ ਜਿਹੜੇ ਰਾਜੇ ਭੋਜ ਦੇ ਨਜ਼ਦੀਕੀ ਸਨ, ਉਹਨਾਂ ਨੇ ਜਦੋਂ ਪੰਡ ਖੋਲ੍ਹੀ ਤੇ ਉਹਦੇ ਵਿੱਚ ਸੁੱਕੀ ਲੱਕੜਾਂ ਸਨ, ਤੇ ਕਿਸੇ ਨੂੰ ਇਸ ਤਰ੍ਹਾਂ ਸੁੱਕੀ ਲੱਕੜਾਂ ਭੇਟ ਕਰਨੀਆਂ ਇਹ ਬਦਸੁਗਨੀ ਮੰਨੀ ਜਾਂਦੀ ਸੀ। ਹੁਣ ਉਹਨਾਂ ਨੇ ਕਿਹਾ ਵੀ ਰਾਜਨ, ਇਹ ਜਿਹੜਾ ਆਇਆ ਨਾ, ਇਹ ਬੰਦਾ ਤੇਰੇ ਮੌਤ ਦੇ ਵਾਸਤੇ, ਤੇਰੀ ਚਿਖਾ ਦੇ ਵਾਸਤੇ ਸੁੱਕੀਆਂ ਲੱਕੜਾਂ ਲੈ ਕੇ ਆਇਆ। ਹੁਣ ਰਾਜੇ ਨੂੰ ਤੇ ਜਦੋਂ ਇਹ ਗੱਲ ਮੌਤ ਦੀ ਸੁਣੀ ਤੇ ਗੁੱਸਾ ਚੜ੍ਹ ਗਿਆ। ਉਹਨੂੰ ਆਖਿਆ ਵੀ ਧੱਕੇ ਮਾਰੋ, ਇਹਨੂੰ ਜੋ ਸਜ਼ਾ ਬਣਦੀ ਹੈ ਸਜ਼ਾ ਦਿਓ। ਉਸਦੇ ਦਰਬਾਰ ਵਿੱਚ ਸੀਗਾ ਮਤ ਵਾਲਾ ਬੰਦਾ, ਉਹ ਕਵੀ ਕਾਲੀਦਾਸ। ਕਵੀ ਕਾਲੀਦਾਸ ਜੇ ਇਸਦੀ ਸਹੀ ਵਿਆਖਿਆ ਕਰਦਾ ਤੇ ਇਸਨੂੰ ਸਜ਼ਾ ਮਿਲਣੀ ਸੀ ਗ੍ਰੰਥਾਂ ਦੇ ਮੁਤਾਬਿਕ। ਵੀ ਜਿਹੜੇ ਹਿੰਦੂ ਧਰਮ ਦੇ ਗ੍ਰੰਥ ਨੇ ਜਾਂ ਸਨਾਤਨ ਦੇ ਗ੍ਰੰਥ ਨੇ, ਉਸਦੇ ਮੁਤਾਬਿਕ ਇਹ ਜਿਹੜੀ ਹੈ ਉਹ ਬਦਸ਼ਗਨ ਹੈ, ਇਸ ਕਰਕੇ ਉਹਨੂੰ ਸਜ਼ਾ ਮਿਲਣੀ ਸੀ। ਪਰ ਕਾਲੀਦਾਸ ਕਵੀ ਜਿਹੜਾ ਸੀ ਨਾ, ਉਹ ਆਪਣੀ ਮਤ ਹੁੰਦੇ ਹੋਏ ਵੀ ਇਆਣਾ ਅਣਜਾਣ ਬਣਾ ਰਹਿੰਦਾ ਸੀ। ਇਸ ਕਰਕੇ ਉਸਨੇ ਆਪਣੀ ਮਤ ਦਾ ਪ੍ਰਯੋਗ ਕੀਤਾ, ਕਿਉਂਕਿ ਆਪਣੀ ਮਤ ਤੋਂ ਦੂਜਿਆਂ ਤੇ ਦਬਾਅ ਪਾਉਣਾ, ਦੂਜਿਆਂ ਨੂੰ ਸਜ਼ਾ ਦਿਵਾਉਣੀ ਆ, ਇੱਥੇ ਇਹ ਗੱਲ ਦਾ ਪ੍ਰਤੀਕ ਹੈ। ਮਤ ਹੁੰਦੀ ਹੋਏ ਇਆਣਾ ਦਾ ਅਰਥ ਹੈ ਵੀ ਕਿਸੇ ਦੇ ਉੱਤੇ ਆਪਣੀ ਮਤ ਦੇ ਰਾਹੀਂ ਦਬਾਅ ਨਾ ਪਾਉਣਾ। ਪਿਆਰ ਵਾਲਿਓ ਸੱਚ ਜਾਣਨਾ, ਕਵੀ ਕਾਲੀਦਾਸ ਨੇ ਬੜੀ ਪਿਆਰੀ ਵਿਆਖਿਆ ਕੀਤੀ। ਕਹਿਣ ਲੱਗੇ ਰਾਜਨ ਰੁਕ ਜਾਓ, ਇਹਨੂੰ ਧੱਕੇ ਨਾ ਮਾਰੋ, ਇਹ ਜਾਣ ਬੁੱਝ ਕੇ ਇਹ ਸੁੱਕੀਆਂ ਲੱਕੜਾਂ ਲੈ ਕੇ ਆਇਆ। ਰਾਜਾ ਪੁੱਛਦਾ ਕਿਉਂ? ਆਖਣ ਲੱਗੇ, ਕਹਿੰਦੇ ਨੇ ਖਾਂਡਵ ਵਨ ਨੂੰ ਅਰਜੁਨ ਨੇ ਸਾੜਿਆ ਸੀ, ਲੰਕਾ ਨੂੰ ਹਨੂੰਮਾਨ ਨੇ ਸਾੜਿਆ ਸੀ, ਪਰ ਅੱਜ ਤੱਕ ਕਿਸੇ ਨੇ ਬੰਦੇ ਦੀ ਗਰੀਬੀ ਨਹੀਂ ਸਾੜੀ। ਇਸ ਗੱਲ ਦਾ ਪ੍ਰਤੀਕ ਹੈ ਕਿ ਰਾਜਨ ਮੈਂ ਗਰੀਬ ਹਾਂ, ਕਿਸੇ ਨੇ ਮੇਰੀ ਗਰੀਬੀ ਨਹੀਂ ਸਾੜੀ ਤੇ ਮੇਰੀ ਗਰੀਬੀ ਤੁਸੀਂ ਸਾੜ ਦਿਓ, ਇਸ ਕਰਕੇ ਇਹ ਸੁੱਕੀਆਂ ਲੱਕੜਾਂ ਲੈ ਕੇ ਆਇਆ। ਇਸ ਗੱਲ ਨੂੰ ਸੁਣ ਕੇ ਰਾਜਾ ਭੋਜ ਬੜਾ ਪ੍ਰਸੰਨ ਹੋਇਆ। ਔਰ ਉਸਨੂੰ ਬੜਾ ਧਨ ਦਿੱਤਾ, ਸਤਿਕਾਰ ਦੇ ਨਾਲ ਉੱਥੋਂ ਵਿਦਾ ਕੀਤਾ। ਜੇ ਉਹ ਗ੍ਰੰਥਾਂ ਦੇ ਮੁਤਾਬਿਕ ਕਿਤੇ ਵਿਆਖਿਆ ਕਰਦਾ
ਆਪਣੀ ਮਤ ਨੂੰ ਦੂਜੇ ਦੇ ਉੱਤੇ ਦਬਾਅ ਪਾਉਣ ਵਾਸਤੇ ਲਾਂਦਾ, ਉਹਦਾ ਬੁਰਾ ਕਰਨ ਵਾਸਤੇ ਲਾਂਦਾ। ਅਕਲ ਦਾ ਤਾਣ ਤਾਂ ਸੀਗਾ ਰਾਜੇ ਕਾਲੀਦਾਸ ਦੇ ਅੰਦਰ, ਪਰ ਉਸਨੇ ਅਕਲ ਨੂੰ ਦੂਜੇ ਪਾਸੇ ਵਰਤਿਆ, ਚੰਗੇ ਵਾਲੇ ਪਾਸੇ। ਇੱਥੇ ਇਆਣਾ ਹੋਣ ਦਾ ਅਰਥ ਵੀ ਹੈ ਕਿ ਮਤ ਹੁੰਦੇ ਹੋਏ ਅਣਜਾਣ ਬਣੇ ਰਹਿਣਾ। ਤੁਸੀਂ ਵੇਖੋ ਕਿ ਮਤ ਕੀ ਨਬੀ ਖਾਂ ਤੇ ਗਣੀ ਖਾਨ ਨੂੰ ਨਹੀਂ ਸੀ, ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਪਰ ਉਹਨਾਂ ਦੇ ਮਤ ਹੁੰਦੇ ਹੋਏ ਵੀ ਉਹ ਦੋਵੇਂ ਜੀ ਅਣਜਾਣ ਬਣੇ ਰਹੇ। ਪਾਓ, ਉਹਨਾਂ ਨੇ ਕਿਹਾ ਨਹੀਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ, ਇਹ ਉੱਚ ਦੇ ਪੀਰ ਨੇ। ਜਿਹੜਾ ਵੀ ਪੁੱਛਦਾ ਕਹਿੰਦੇ ਇਹ ਉੱਚ ਦੇ ਪੀਰ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ। ਇਹਨੂੰ ਕਹਿੰਦੇ ਨੇ ਦੂਜਿਆਂ ਦੇ ਉੱਤੇ ਮਤ ਦਾ ਸਹੀ ਪ੍ਰਯੋਗ ਕਰਨਾ, ਤਾਣ ਹੁੰਦੇ ਹੋਏ ਵੀ ਆਪਣਾ ਕਿਸੇ ਦੇ ਉੱਤੇ ਦਬਾਅ ਨਾ ਪਾਉਣਾ, ਆਪਣੀ ਮਤ ਹੁੰਦੇ ਹੋਏ ਉਸ ਮਤ ਨੂੰ ਸਹੀ ਪਾਸੇ ਵਰਤਣਾ। ਔਰ ਇੱਕ ਬੇਨਤੀ ਕਰੇ ਦਾਸ, ਜੇ ਸਾਡੇ ਵਿੱਚ ਮਤ ਹੈ ਔਰ ਸਾਡੀ ਮਤ ਸਦਕਾ ਕਿਸੇ ਦਾ ਪਰਉਪਕਾਰ ਹੋ ਸਕਦਾ ਹੈ, ਕਿਸੇ ਦਾ ਘਰ ਉਜੜਨ ਤੋਂ ਬਚ ਸਕਦਾ ਹੈ, ਕਿਸੇ ਦਾ ਘਰ ਟੁੱਟਣ ਤੋਂ ਬਚ ਸਕਦਾ ਹੈ, ਤੇ ਸਾਨੂੰ ਇਹ ਕੰਮ ਕਰਨਾ ਚਾਹੀਦਾ। ਪਰ ਮਤ ਹੈ ਪਰ ਅਸੀਂ ਕਿਸੇ ਦੇ ਘਰ ਨੂੰ ਉਜਾੜ ਰਹੇ ਹਾਂ, ਮਾਫ਼ ਕਰਨਾ ਉਹ ਪਾਪ ਹੈ। ਕਿਸੇ ਦਾ ਘਰ ਬਸਾ ਦੇਣਾ, ਕਿਸੇ ਘਰ ਦੇ ਜੀਆਂ ਦੇ ਪ੍ਰਤੀ ਤੁਹਾਡੀ ਇਹ ਦਇਆ ਹੋਣੀ ਕਿ ਘਰ ਦੇ ਵਿੱਚੋਂ ਲੜਾਈ ਕਲੇਸ਼ ਤੁਹਾਡੇ ਕਰਕੇ ਬਚ ਜਾਣਾ, ਇਹ ਪਰਉਪਕਾਰ ਹੈ ਤੁਹਾਡਾ। ਕਿਉਂਕਿ ਤੁਸੀਂ ਆਪਣੇ ਮਤ ਦੇ ਰਾਹੀਂ ਕਿਸੇ ਦੇ ਘਰ 'ਚ ਕਲੇਸ਼ ਪੈਦਾ ਕਰ ਸਕਦੇ ਹੋ, ਖੜਾ ਕਰ ਸਕਦੇ ਹੋ, ਪਰ ਤੁਸੀਂ ਆਪਣੇ ਮਤ ਦੇ ਰਾਹੀਂ ਕਿਸੇ ਦੇ ਘਰ ਦੇ ਵਿੱਚੋਂ ਪਿਆਰ ਪੈਦਾ ਕਰ ਦੇਣਾ, ਇਹ ਪਰਉਪਕਾਰ ਦੀ ਭਾਵਨਾ ਹੈ। ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਜੇ ਤੂੰ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ, ਰੱਬ ਤੱਕ ਪਹੁੰਚਣਾ ਚਾਹੁੰਦਾ ਹੈ, ਤੇ ਇੱਕ ਕੰਮ ਕਰ ਵੀ ਤੇਰੇ ਕੋਲ ਜੋ ਅਕਲ ਹੈ, ਅਕਲ ਦਾ ਜੋ ਤਾਣ ਹੈ ਨਾ, ਉਸ ਐਂ ਦੂਜਿਆਂ ਨੂੰ ਨਾ ਦਬਾ, ਨਿਮਾਣਾ ਬਣਿਆ ਰਹਿ ਅਕਲ ਕਰਕੇ। ਕਿਉਂਕਿ ਜਿਹੜਾ ਨਿਮਾਣਾ ਬਣਿਆ ਰਹਿੰਦਾ ਨਾ ਪਿਆਰ ਵਾਲਿਓ, ਸੱਚਮੁੱਚ ਗੁਰੂ ਸਾਹਿਬ ਕਹਿੰਦੇ ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਕਲੇ। ਮਸਕੀਨੀਆਂ ਜਿਹੜਾ ਨਿਮਰਤਾ 'ਚ ਰਹਿੰਦਾ, ਇਆਣਾ ਬਣਿਆ ਰਹਿੰਦਾ ਹੈ, ਅਣਜਾਣ ਬਣਿਆ ਰਹਿੰਦਾ ਹੈ। ਫਿਰ ਗੁਰੂ ਸਾਹਿਬ ਅਗਲੇ ਬਚਨ ਕਰਦੇ ਨੇ ਬਾਬਾ ਫਰੀਦ ਜੀ, ਤਾਣ ਹੁੰਦੇ ਹੋਏ ਨਿਤਾਣਾ, ਜ਼ੋਰ ਹੁੰਦਿਆਂ ਕਮਜ਼ੋਰਾ ਵਾਂਗ ਜੀਵੇ, ਪਾਓ ਕਿਸੇ ਦੇ ਉੱਤੇ ਧੱਕਾ ਨਾ ਕਰੇ। ਬੰਦੇ ਵਿੱਚ ਜ਼ੋਰ ਹੈ, ਤਾਕਤ ਹੈ, ਪਰ ਉਸ ਜ਼ੋਰ ਹੁੰਦਿਆਂ ਵੀ ਕਮਜ਼ੋਰ ਵਾਂਗ ਜੀਵੇ, ਕਿਸੇ ਦੇ ਉੱਤੇ ਆਪਣੀ ਉਸ ਤਾਕਤ ਦਾ ਧੱਕਾ ਨਾ ਕਰੇ। ਬੜਾ ਔਖਾ ਕੰਮ ਹੈ। ਮੈਂ ਬੇਨਤੀ ਕਰਾਂ, ਬੰਦੇ ਕੋਲ ਤਾਕਤ ਹੋਵੇ ਨਾ ਤਾਂ ਸੱਚ ਜਾਣਿਓ ਗੁਰਸਿੱਖੋ ਕਿ ਉਹ ਆਪਣੀ ਤਾਕਤ ਨੂੰ ਜ਼ਰੂਰ ਹੀ ਯੂਜ ਕਰਦਾ ਹੈ। ਮੈਂ ਤਾਂ ਗੁਰਦੁਆਰਿਆਂ 'ਚ ਬੜਾ ਦੇਖਦਾ ਵੀ ਜਿਨ੍ਹਾਂ ਕੋਲ ਥੋੜ੍ਹੀ ਤਾਕਤ ਆ ਗਈ, ਚਾਰ ਪੈਸੇ ਆ ਗਏ, ਉਹ ਨਾ ਸੇਵਾਦਾਰਾਂ ਨੂੰ ਬਖਸ਼ਦੇ, ਨਾ ਗ੍ਰੰਥੀਆਂ ਨੂੰ ਬਖਸ਼ਦੇ, ਉਹ ਨਾ ਸੰਗਤ ਨੂੰ ਬਖਸ਼ਦੇ, ਕਿਉਂਕਿ ਉਹਨਾਂ ਕੋਲ ਤਾਣ ਹੈ, ਬਲ ਹੈ, ਉਹਨਾਂ ਕੋਲ ਚਾਰ ਪੈਸੇ ਆ ਗਏ ਨੇ, ਤਾਕਤ ਆ ਗਈ ਹੈ ਪੈਸਿਆਂ ਦੀ। ਕਈ ਮੈਂ ਐਸੇ ਵੀ ਦੇਖੇ ਜਿਨ੍ਹਾਂ ਕੋਲ ਅਕਲ ਹੈ, ਸਮਝ ਹੈਗੀ ਹੈ, ਪਰ ਉਹ ਵੀ ਨਿੰਦਾ ਚੁਗਲੀ ਕਰਨ ਨੂੰ ਹਟਦੇ ਕੋਈ ਨਹੀਂ। ਆਪ ਕਹਿਣਗੇ ਨਹੀਂ ਨਹੀਂ ਜੀ ਅਸੀਂ ਤਾਂ ਕੁਝ ਕਹਿੰਦੇ ਨਹੀਂ, ਅਸੀਂ ਤਾਂ ਕਿਸੇ ਨੂੰ ਕੁਝ ਆਖਦੇ ਹੀ ਨਹੀਂ ਆ। ਉਹ ਪਿਆਰਿਓ, ਕਿਤੇ ਜੀਵਨ ਨੂੰ ਕਿਤੇ ਸਹੀ ਕਰਕੇ ਜੀਵੀਏ। ਆਪਣੀ ਅਕਲ ਦੇ ਨਾਲ ਦੂਜਿਆਂ ਨੂੰ ਗਾਲਾਂ ਪਵਾ ਦੇਣੀਆਂ, ਆਪਣੀ ਸਿਆਣਪ ਦੇ ਨਾਲ, ਆਪਣੀ ਚਲਾਕੀ ਦੇ ਨਾਲ ਦੂਜੇ ਨੂੰ ਫਸਾ ਦੇਣਾ, ਔਰ ਆਪ ਕਹਿਣਾ ਅਸੀਂ ਤਾਂ ਕੁਛ ਕਿਹਾ ਹੀ ਨਹੀਂ ਜੀ, ਅਸੀਂ ਸੁਰਖਰੂ ਨਾ। ਉਤਨੇ ਹੀ ਪਾਪੀ ਹਾਂ ਅਸੀਂ, ਉਸੀ ਪਾਪ ਦੇ ਭਾਗੀਦਾਰ ਹਾਂ। ਇੱਕ ਬੰਦੇ ਕੋਲੋਂ ਅਸੀਂ ਇੱਕ ਦੂਜੇ ਬੰਦੇ ਨੂੰ ਨਿਮਾਣੇ, ਗਰੀਬ, ਨਿਤਾਣੇ ਨੂੰ ਗਾਲਾਂ ਪਵਾ ਰਹੇ ਹਾਂ, ਤਾਂ ਖਿਆਲ ਕਰਨਾ ਉਹਦੇ ਵਿੱਚ ਦੋਨੋਂ ਅਸੀਂ ਭਾਗੀਦਾਰ ਹਾਂ, ਕਿਉਂਕਿ ਸਾਡੇ ਕਰਕੇ ਐਸਾ ਹੋਇਆ ਨਾ। ਸਗੋਂ ਚਾਹੀਦਾ ਤੇ ਇਹ ਸੀ ਕਿ ਅਗਲੇ ਨੂੰ ਸਮਝਾ ਕੇ, ਅਗਲੇ ਨੂੰ ਤੌਰ ਤਰੀਕਾ ਦੱਸ ਕੇ, ਜੇ ਸਾਡੇ ਕੋਲ ਅਕਲ ਸੀ ਵੀ ਅਗਲਾ ਦੂਜੇ ਦੇ ਕੋਲੋਂ ਕੋਈ ਗਾਲਾਂ ਨਾ ਖਾਵੇ, ਦੂਜਾ ਇਸ ਨੂੰ ਕੋਈ ਬੁਰਾ ਨਾ ਬੋਲੇ, ਪਿਆਰ ਨਾਲ ਉਸਨੂੰ ਸਮਝਾ ਕੇ ਕਿਤੇ ਸੋਝੀ ਦਿੰਦੇ, ਚੰਗਾ ਹੁੰਦਾ। ਪਰ ਤੁਸੀਂ ਦੇਖੋ ਨਾ ਕਿ ਬੰਦੇ ਕੋਲ ਜੇ ਮਤ ਹੈ ਤਾਂ ਉਹ ਵੀ ਆਪਣੀ ਮਤ ਦਾ ਗਲਤ ਪ੍ਰਯੋਗ ਕਰ ਰਿਹਾ। ਜੇ ਬੰਦੇ ਕੋਲ ਜ਼ੋਰ ਹੈ, ਆਪਣੇ ਜ਼ੋਰ ਉਹ ਨੀਵਿਆਂ ਦੇ ਉੱਤੇ ਚਲਾ ਰਿਹਾ ਹੈ। ਗੁਰਮਤਿ ਨੇ ਇਸ ਗੱਲ ਤੋਂ ਹੀ ਆਖਿਆ ਵੀ ਤਾਣ ਹੁੰਦੇ ਹੋਏ ਨਿਤਾਣਾ, ਤਾਣ ਹੁੰਦੇ ਨਿਤਾਣਾ ਬਣਿਆ ਰਿਹਾ। ਦੇਖੋ ਗੁਰੂ ਅਰਜਨ ਦੇਵ ਜੀ ਪਿਤਾ ਮਾਰਦਾ ਇਹ ਸ਼ਬਦ ਸਤਿਗੁਰ ਦੇ ਵਿੱਚ ਵੀ ਬਲ ਹੈ। ਪਰ ਜਦੋਂ ਸਿੱਖਾਂ ਨੇ ਆਖਿਆ ਨਾ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁੜਤੀਏ ਮਤਾ ਦੋਇ ਮਾਨੁਖ ਪਹੁੰਚਾਵੋ, ਤਿੜਤੀਏ ਮਤਾ ਕਿਛ ਕਰੋ ਉਪਾਇਆ।
सतगुरु जी के एक इशारे ते की नहीं हो सकता। गुरु के सिख हर वेले तैयार पर तैयार रहते हैं, अपना आप गुरु ते कुर्बान करने वास्ते तैयार रहते हैं। गुरु दे एक गल दे उत्ते एडे सिख दे अंदर भावना अपने गुरु के प्रति। पर गुरु साहब ने उत्थे सिखां नूं की आख्या भी तुसी अपनी मत रखी है, पर सच्चाई ये है कि तृतीय मता किस करो उपाया। मर कहते मैं सब कुछ छोड़ प्रभ तू ही ते आया। अपना ताण नहीं, अकाल पुरख वाहिगुरु दे भरोसे रहना, निमाणे बने रहना मैंने तो। और फिर गुरु साहब जी ने कितनी प्यारी गल आखी कि गरीबी गधा हमारी, खन्ना सगल रेन छारी, तिस आगे को न टिकै विकारी, को पूरा ए गल सारी। मैं कहते मेरी निमरता ही मेरी गदा हथियार है। जोर होंदे हुए जुलम ना करना। खालसे का एक कर्म रहा है कि उहदे कोल ताण सी पर किसी दे उत्ते उहने जुलम नहीं किया। किसी धी भैन दे नाल कुछ गलत करना या किसी बंदे नूं सताना अपने जोर नाल नहीं। बाबा फरीद जी कहते जे रब नूं मिलना चाहना है तो एक काम कर कि ताण होंदे हुए जोर होंदियां कमजोर वांग जिवें पाओ, किसी उत्ते धक्का ना कर। ते अगले वचन कीते अण होंदे आप वंडाए। जदों कुछ भी देन जोगा ना होवे तदों भी अपना आप आओ, अपना हिस्सा बन दवे। एक बचपन की घटना धन गुरु रामदास पिता महाराज के जीवन की। माता पिता का साया सिर तो उठ गया है। प्यारे गुरसिखो देखो, अज नानी है वह भी वृद्ध है, कमान जोगी नहीं, आप छोटे ने 7 साल की उम्र है। आप जी घुंगणियां बेचण वास्ते जाते हैं, उस दे नाल अगले दिन वास्ते घुंगणियां बेचनियां ने, किरत करनी है तो खरीद लियाते हैं। जो पैसे बचते हैं घर की रोटी पानी का खर्चा चल जाता, गुजारा चल जाता। अज जो घुंगणियां तैयार करके नानी ने दित्तियां ने ते बेचण वास्ते जदों गए ना, भावें वंडन नूं कुछ नहीं है, कोई धंधे अमार नहीं लगे, कोई फैक्ट्रियां नहीं चल रही, कोई होर वड्डी किरत नहीं है, कोई बड़ा कारोबार नहीं है, कोई बड़े साहूकार नहीं हैं, कुछ भी नहीं है पल्ले। माता पिता का साया सिर ते नहीं है, 7 साल की उम्र है, नानी वृद्ध है, कमाउण वाला कोई है नहीं, आपे ही कमाउणा है, आपे आप भी कमा के आप भी खाना ते नानी नूं भी दी भी सेवा करनी है। अज एक कोई जिज्ञासू मिले है, कोई लोड़वंद मिले है, कोई भुखा मनुख मिले है जिन्हों भुख लगी हुई है। सहज सुभाव उसने आख्या भी मैनू भुख लगी है। और तुसी वेखो कि जिहड़ा मंगण वाला है ना, वो अगले की किरत नूं देखदा नहीं भी किरत छोटी है या वड्डी है। भी इस किरत दे नाल ते इहदा अपना गुजारा ही मुश्किल नाल चलदा होवे। जिन्हों भुख लगी होवे वो इस चीज़ नूं नहीं कदी देखदा। ये नोट करियो कदी। वो अपने नालों गरीब तो भी मंग लैंदा। भुख ऐसी हुंदी है जो अपने नालों नीवा भी होवे ना, उसदे कोलों भी मंग लैंदा। भुख इदां दी हुंदी है, वो कदी इस कोलों गुरेज नहीं करदा। उस बंदे ने यह भी नहीं वेख्या भी 7 सालों की उम्र है, सिर ते छोटी जी टोकरी है, घुंगणियां बेच रहे हैं, शायद इन्हां दे नाल ते अपना घर का गुजारा औखा चलता होएगा। पर उसने कहा भी मैनू भुख लगी है। धन गुरु रामदास पिता महाराज उस टोकरी दे विचों जिहड़ी नानी तैयार करके दिंदी है ते आप बेचण वास्ते रोज़ जाते हैं, घर का गुजारा उस विचों चलाते हैं, वंडण नूं कुछ भी नहीं है। पर तुसीं मेरे धन गुरु रामदास पिता महाराज का दिल देखो। सच जानना, मैं जो रामदास पिता महाराज की गल करदा ना, मेरे दिल दे विच आउंदा भी सतगुरु थाडे वर्गा हिरदा नहीं किसी का वेख्या। वो हिरदा उस वेले भी सी ते वो हिरदा अज भी है धन गुरु रामदास पिता महाराज का। उत्थे लखां बंदे आ जाण तां भी रामदास पिता के दर ते कोई भुखा नहीं जाता। ये मेरे रामदास पिता महाराज दीयां वडियाइयां ने। पर उस वेले तां एक टोकरी विच थोड़े ਜਿਹੇ छोले ने जिन्होंने बेच के गुजारा करना है। उसने कहा भी मैनू भुख लगी है, एक मुठ भर के उसकी जदों उसने हथ अड्डे उसदे विच पा दिती, उसकी बुक विच पा दिती। उसने वो खा के फिर कहा भुख अजे मिटी नहीं।
ਹੁਣ ਵੇਚ ਕੇ ਘਰ ਦਾ ਖਰਚਾ ਵੀ ਚਲਾਉਣਾ ਹੈ, ਵੇਚ ਕੇ ਅਗਲੇ ਦਿਨ ਵਾਸਤੇ ਵੀ ਛੋਲੇ ਖਰੀਦਣੇ ਨੇ, ਤਾਂ ਹੀ ਕਿਰਤ ਚਲੇਗੀ ਅੱਗੇ। ਇੱਕ ਮਠੋਰ ਪਾ ਦਿੱਤੀ, ਖਾ ਕੇ ਕਹਿੰਦਾ ਅਜੇ ਵੀ ਕਹਿੰਦੇ ਭੁੱਖ ਨਹੀਂ ਮਿਟੀ ਮੇਰੀ। 7 ਸਾਲਾਂ ਦੀ ਉਮਰ, ਤੁਸੀਂ ਸੋਚੋ ਕਿ ਕੀ ਅਵਸਥਾ ਹੋਏਗੀ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਦੀ। ਉਸਨੇ ਜਦੋਂ ਕਿਹਾ ਨਾ 2 ਵਾਰੀ ਛਕਣ ਤੋਂ ਬਾਅਦ ਭੁੱਖ ਨਹੀਂ ਮਿਟੀ, ਗੁਰੂ ਸਾਹਿਬ ਜੀ ਨੇ ਉਹ ਸਾਰੀ ਟੋਕਰੀ ਉਹਦੀ ਬੁੱਕ ਵਿੱਚ ਪਾ ਦਿੱਤੀ। ਜਿਤਨੇ ਛੋਲੇ ਸਨ ਸਾਰੇ ਉਸਨੂੰ ਦੇ ਦਿੱਤੇ, ਭਾਈ ਵੀ ਇਹ ਲੈ ਤੂੰ ਆਪਣੀ ਭੁੱਖ ਮਿਟਾ। ਉਹ ਛੋਲੇ ਪਾ ਕੇ ਬੜੇ ਪਿਆਰ ਨਾਲ ਸਹਿਜ ਦੇ ਵਿੱਚ ਰੱਬ ਦੀਆਂ ਵਡਿਆਈਆਂ ਕਰਦੇ ਘਰ ਵਿੱਚ ਆ ਗਏ। ਟੋਕਰੀ ਖਾਲੀ ਹੈ। ਨਾਨੀ ਦਾ ਸੁਭਾਅ ਸੀ ਕਿ ਕਿਉਂਕਿ ਅਜੇ ਕੁਛ ਵਿਕਿਆ ਹੀ ਨਹੀਂ ਸੀ, ਅਜੇ ਟੋਕਰੀ ਲੈ ਕੇ ਹੀ ਜਾ ਰਹੇ ਸਨ ਵੇਚਣ ਵਾਸਤੇ। ਉਹ ਭੁੱਖਾ ਬੰਦਾ ਮਿਲਿਆ ਤੇ ਉਸਦੀ ਝੋਲੀ ਵਿੱਚ ਸਾਰੀ ਉਹ ਘੁੰਗਣੀਆਂ ਪਾ ਕੇ ਆ ਗਏ। ਨਾਨੀ ਨੇ ਪੁੱਛਿਆ ਅੱਜ ਦੀ ਬਟਕ ਕਿੱਥੇ? ਕਿਉਂਕਿ ਸਾਡਾ ਤਾਂ ਗੁਜ਼ਾਰਾ ਉਸਦੇ ਨਾਲ ਹੀ ਚੱਲਣਾ ਨਾ। ਪਿਆਰ ਵਾਲੋ ਸੱਚ ਜਾਣਨਾ, ਨਾਨੀ ਨੂੰ ਆਖਿਆ ਕਿ ਅੱਜ ਦੀ ਬਟਕ ਲੇਖੇ ਲੱਗ ਗਈ ਹੈ, ਪਰਮਾਤਮਾ ਦੇ ਖਾਤੇ ਚਲੀ ਗਈ ਹੈ। ਨਾਨੀ ਵੀ ਸਿਆਣੀ ਸੀ, ਸਮਝ ਗਈ ਵੀ ਕਿਸੇ ਲੋੜਵੰਦ ਨੂੰ ਸਾਰੀਆਂ ਘੁੰਗਣੀਆਂ ਛਕਾ ਕੇ ਆ ਗਿਆ। ਇਸ ਨੂੰ ਕਹਿ ਰਹੇ ਨੇ, ਕਹਿੰਦੇ ਅਣ ਹੁੰਦੇ ਆਪ ਵੰਡਾਏ। ਬਾਬਾ ਫਰੀਦ ਜੀ ਕਹਿ ਰਹੇ ਨੇ ਕਿ ਆਪਣੇ ਆਪ ਦੇ ਕੋਲ ਕੁਛ ਵੀ ਦੇਣ ਜੋਗਾ ਨਹੀਂ ਹੈ, ਤਦੋਂ ਵੀ ਆਪਣਾ ਆਪ ਪਾਓ। ਆਪਣਾ ਹਿੱਸਾ ਵੀ ਜੋ ਆਪਣਾ ਵੇਚ ਕੇ ਜੋ ਆਪਣਾ ਹਿੱਸਾ ਖਾਣ ਜੋਗਾ ਹੈ, ਜਿਸ ਦੇ ਨਾਲ ਰੋਟੀ ਮਿਲਦੀ ਹੈ, ਉਹ ਵੀ ਵੰਡ ਦੇਣਾ। ਇਹ ਰਾਮਦਾਸ ਪਿਤਾ ਮਹਾਰਾਜ ਨੇ ਕਰਕੇ ਵਿਖਾਇਆ। ਤੇ ਕਹਿਣ ਲੱਗੇ ਕੋਈ ਐਸਾ ਭਗਤ ਸਦਾਏ। ਸ਼ੇਖ ਫਰੀਦ ਜੀ ਕਹਿ ਰਹੇ ਨੇ, ਕਹਿੰਦੇ ਨੇ ਕਿਸੇ ਅਜੇ ਮਨੁੱਖ ਨੂੰ ਹੀ ਭਗਤ ਆਖਣਾ ਚਾਹੀਦਾ ਜਿਸ ਦੀ ਬਿਰਤੀ ਐਸੀ ਹੋਵੇ। ਤਾਈ ਮੈਂ ਬੇਨਤੀ ਕਰਦਾ ਹੁੰਦਾ, ਭਗਤ ਬਣਨਾ ਸੌਖਾ ਨਹੀਂ ਹੈ, ਰੱਬ ਦਾ ਪਿਆਰਾ ਬਣਨਾ ਸੌਖਾ ਨਹੀਂ ਹੈ। ਕਿਉਂਕਿ ਰੱਬ ਦੇ ਪਿਆਰੇ ਵਾਸਤੇ ਤਾਂ ਜੋ ਕੰਡੀਸ਼ਨਾਂ ਬਾਬਾ ਜੀ ਨੇ ਇੱਥੇ ਰੱਖੀਆਂ ਨੇ ਕਿ ਮਤ ਹੁੰਦੇ ਹੋਏ ਉਹ ਅਣਜਾਣ ਬਣੇ, ਤਾਣ ਹੁੰਦੇ ਹੋਏ ਉਹ ਕਿਸੇ ਦੇ ਉੱਤੇ ਧੱਕਾ ਨਾ ਕਰੇ, ਕੁਛ ਵੀ ਵੰਡਣ ਵਾਸਤੇ ਨਹੀਂ, ਔਰ ਫਿਰ ਵੀ ਜੋ ਆਪਣਾ ਹਿੱਸਾ ਵੀ ਕਿਸੇ ਵਾਸਤੇ ਬਣ ਦੇਵੇ, ਆਪ ਨਾ ਖਾਵੇ ਦੂਜੇ ਨੂੰ ਦੇ ਦੇਵੇ। ਔਰ ਗੁਰ ਇਤਿਹਾਸ ਦੇ ਵਿੱਚ ਐਸੇ ਕਿਤਨੇ ਵਾਕੇ ਹਨ ਕਿ ਜਿੱਥੇ ਕੋਈ ਭੁੱਖਾ ਆ ਗਿਆ ਲੰਗਰ ਦੇ ਵਿੱਚ, ਉਸ ਨੂੰ ਛਕਾ ਦਿੱਤਾ ਤੇ ਬਾਅਦ ਦੇ ਵਿੱਚ ਸਿੱਖਾਂ ਨੇ ਪੁੱਛਿਆ ਲੰਗਰ ਕਹਿੰਦੇ ਮਸਤ ਹੋ ਗਿਆ। ਇੱਕ ਇੱਕ ਛੋਲਾ ਵੰਡ ਕੇ ਖਾਲਸਿਆਂ ਨੇ, ਜਦੋਂ ਕਦੀ ਸਮਾਂ ਸੀ ਨਾ ਘੋੜਿਆਂ ਦੀ ਕਾਠੀ ਦੇ ਉੱਤੇ ਸਿੱਖ ਰਹਿੰਦੇ ਸਨ, ਘਰ ਆਟ ਕੋਈ ਨਹੀਂ ਸੀ ਸਿੱਖਾਂ ਕੋਲ। ਗੁਰਸਿੱਖੋ ਉਸ ਵੇਲੇ ਜਦੋਂ ਬਿਲਕੁਲ ਅਨਾਜ ਦੀ ਥੁੜ ਹੋ ਗਈ ਤੇ ਕਈ ਵਾਰੀ ਜੋ ਰੋਟੀ ਨਾ ਮਿਲਣੀ ਤੇ ਛੋਲੇ ਉਬਾਲਣੇ, ਤੇ ਜਦੋਂ ਉਹਨਾਂ ਨੂੰ ਬੋਇਲ ਕਰਨਾ ਤੇ ਛੋਲਾ ਇੱਕ ਇੱਕ ਛੋਲਾ, ਕਿਉਂਕਿ ਸੰਗਤ ਜ਼ਿਆਦਾ ਹੁੰਦੀ ਸੀ, ਤੇ ਇੱਕ ਇੱਕ ਛੋਲਾ ਬਣ ਦੇਣਾ। ਮੈਂ ਹੈਰਾਨ ਹੁੰਦਾ ਖਾਲਸਿਆਂ ਦਾ ਜੀਵਨ ਕਿਤਨਾ ਉੱਚਾ ਹੋਏਗਾ, ਕਿਤਨੀ ਨਿਮਰਤਾ ਉਹਨਾਂ ਦੇ ਜੀਵਨ ਵਿੱਚ ਹੋਏਗੀ। ਉਹ ਨਿਮਰਤਾ ਦੀ ਗੱਲ ਇੱਥੇ ਸਾਰੇ ਸ਼ਲੋਕ ਵਿੱਚ ਕੀਤੀ ਗਈ ਹੈ ਕਿ ਜੀਵਨ ਵਿੱਚ ਤੇਰੇ ਇਤਨੀ ਨਿਮਰਤਾ ਹੋਣੀ ਚਾਹੀਦੀ ਹੈ। ਔਰ ਭਗਤਾਂ ਦਾ ਤੁਸੀਂ ਜੀਵਨ ਵੇਖੋ। ਇੱਕ ਪਾਸੇ ਦੇਖੋ ਭਗਤ ਕਬੀਰ ਸਾਹਿਬ ਆਖਦੇ ਨੇ, ਕਹਿੰਦੇ ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹਾਂ ਕੋ ਨਾ ਸਕੇ ਪਛਾਣੀ। ਇਤਨਾ ਉੱਚਾ ਜੀਵਨ ਹੈ। ਪਰ ਦੂਜੇ ਪਾਸੇ ਨਿਮਰਤਾ ਵੇਖੋ, ਆਖਣ ਲੱਗੇ ਕਬੀਰ ਸਭ ਤੇ ਹਮ ਬੁਰੇ, ਮੇਰੇ ਨਾਲੋਂ ਭੈੜਾ ਕੋਈ ਵੀ ਇਨਸਾਨ ਨਹੀਂ ਹੈ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਮੇਰੇ ਨਾਲੋਂ ਸਾਰੇ ਚੰਗੇ ਨੇ। ਇੱਕ ਪਾਸੇ ਤਾਂ ਕਹਿ ਦਿੱਤਾ ਕਿ ਮੈਂ ਰੱਬ ਹੀ ਹੋ ਗਿਆ, ਪਰਮਾਤਮਾ ਦੇ ਨਾਲ ਮਿਲ ਗਿਆ ਪਿਆਰ ਵਾਲੇ। ਦੂਜੇ ਪਾਸੇ ਕਹਿ ਦਿੱਤਾ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਦਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਭਗਤ ਨਾਮਦੇਵ ਕਹਿੰਦੇ ਨੇ ਨਾਮੇ ਨਾਰਾਇਣ ਨਾ ਹੀ ਭੇਦ, ਕਹਿੰਦੇ ਮੈਂ ਪਰਮਾਤਮਾ ਵਿੱਚ ਭੇਦ ਹੋ ਗਿਆ। ਪਰ ਉਹਨਾਂ ਦੀ ਨਿਮਰਤਾ ਵੇਖੋ, ਕਹਿੰਦੇ ਨੇ ਕਹਿੰਦੇ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ। ਨਿਮਰਤਾ। ਫਿਰ ਤੁਸੀਂ ਵੇਖੋ ਭਗਤ ਰਵਿਦਾਸ ਜੀ ਆਖਦੇ ਨੇ ਕਹਿ ਰਵਿਦਾਸ ਰਾਮ ਰੰਗ ਰਾਤਾ, ਗੁਰ ਪ੍ਰਸਾਦ ਨਰਕ ਨਹੀਂ ਜਾਤਾ। ਕਹਿੰਦੇ ਮੈਂ ਹੁਣ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਗਿਆ ਹਾਂ, ਗੁਰੂ ਦੀ ਕਿਰਪਾ ਸਦਕਾ ਨਰਕਾਂ ਨੂੰ ਨਹੀਂ ਜਾਣਾ, ਰੱਬ ਦਾ ਰੂਪ ਹੋ ਗਿਆ ਹੁਣ ਮੈਂ। ਔਰ ਦੂਜੇ ਪਾਸੇ ਆਖਦੇ ਨੇ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਮਾਤੀ। ਫਿਰ ਕਹਿੰਦੇ ਨੇ ਜੋ ਪੈ ਹਮ ਨਾ ਪਾਪ ਕਰਨ ਤਾ,
ਇਹ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ। ਇਹ ਦੋ ਸ਼ਬਦ ਨੇ ਭਗਤ ਰਵਿਦਾਸ ਜੀ ਦੇ। ਇੱਕ ਹੈ ਵੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ, ਜੋ ਪੈ ਹਮ ਨਾ ਪਾਪ ਕਰਨ ਤਾਂ ਇਹ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ। ਇੱਕ ਪਾਸੇ ਕਹਿੰਦੇ ਮੈਂ ਪਾਪੀ ਹਾਂ, ਇੱਕ ਪਾਸੇ ਕਹਿੰਦੇ ਮੈਂ ਰੱਬ ਤੇਰਾ ਰੂਪ ਹੋ ਗਿਆ। ਇਹ ਭਗਤਾਂ ਦਾ ਜੀਵਨ ਵੇਖੋ ਕਿ ਜਦੋਂ ਪਰਮਾਤਮਾ ਵਿੱਚ ਅਭੇਦ ਹੋਣ ਤੋਂ ਬਾਅਦ ਵੀ ਨਿਮਰਤਾ ਜੀਵਨ ਵਿੱਚ ਇਤਨੀ ਹੈ ਕਿ ਮੇਰੀ ਸੰਗਤ ਪਹੁੰਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੁਮਾਤੀ, ਰਾਮ ਗੁਸਈਆਂ ਜੀ ਕੇ ਜੀਵਨਾ ਮੋਹਿ ਨਾ ਵਿਸਾਰੋ, ਮੈਂ ਜਨ ਤੇਰਾ ਮੈਂ ਤੇਰਾ ਭਗਤ ਮੈਨੂੰ ਨਾ ਵਿਸਾਰੀ। ਇਹ ਹੈ ਪਰਮਾਤਮਾ ਵਿੱਚ ਅਭੇਦ ਹੋਣ ਦਾ ਤਰੀਕਾ। ਪਾਓ ਕਿ ਤੇਰੇ ਕੋਲ ਜੋ ਵੀ ਕੁਛ ਹੈ ਪਰ ਉਸ ਦਾ ਤੂੰ ਮਾਣ ਨਾ ਕਰੇ, ਅਹੰਕਾਰ ਨਾ ਕਰੇ, ਨਿਮਰਤਾ ਵਿੱਚ ਰਵੇਂ। ਸਾਰੀ ਸਿੱਖੀ ਜਿਹੜੀ ਹੈ ਨਾ ਉਹ ਨਿਮਰਤਾ ਦੇ ਸਿਖਾਉਂਦੀ ਸਾਨੂੰ, ਕਿਉਂਕਿ ਜਦੋਂ ਤੱਕ ਸਾਡੇ ਵਿੱਚ ਨਿਮਰਤਾ ਨਹੀਂ ਹੈ ਨਾ, ਨਿਭਣਾ ਨਹੀਂ ਆਉਂਦਾ, ਉਹਨਾਂ ਚਿਰ ਰੱਬ ਦੀ ਪ੍ਰਾਪਤੀ ਨਹੀਂ। ਹਰ ਪਹਿਓ ਖਾਂਡ ਰੇਤ ਮੈਂ ਬਿਖਰੀ, ਹਸਤੀ ਚੁਣਿਓ ਨਾ ਜਾਈ, ਕਹਿ ਕਬੀਰ ਗੁਰ ਭਲੀ ਬੁਝਾਈ, ਚੀਟੀ ਹੋਏ ਚੁਨ ਖਾਈ। ਜੇ ਰੱਬ ਦੀ ਪ੍ਰਾਪਤੀ ਕਰਨੀ ਹੈ ਨਾ, ਹਰੀ ਪਰਮਾਤਮਾ ਦੇ ਨਾਮ ਦੀ ਜਿਹੜੀ ਖੰਡ ਹੈ ਨਾ, ਮਿਠਾਸ ਜਿਹੜੀ ਹੈ ਉਹ ਇਸ ਮਾਇਆ ਰੂਪੀ ਰੇਤ 'ਚ ਬਿਖਰੀ ਹੋਈ ਹੈ। ਰਹਿਣਾ ਮਾਇਆ ਵਿੱਚ ਹੈ ਪਰ ਹਾਥੀ ਬਣ ਕੇ ਇਸ ਰੇਤ ਵਿੱਚੋਂ ਰੱਬ ਦਾ ਨਾਮ ਨਹੀਂ ਪ੍ਰਾਪਤ ਕਰ ਸਕਦੇ। ਪਾਓ ਕਿ ਇਹਨਾਂ ਚੀਜ਼ਾਂ ਦਾ ਮਾਣ ਕਰਕੇ ਵੀ ਧਨ ਮੇਰੇ ਕੋਲ, ਮਤ ਮੇਰੇ ਕੋਲ, ਗਿਆਨ ਮੇਰੇ ਕੋਲ, ਧਨ ਦੌਲਤ ਮੇਰੇ ਕੋਲ, ਮਾਫ ਕਰਨਾ ਰੱਬ ਦਾ ਨੇੜਲਾ ਪਾਸਾ ਜਿਹੜਾ ਉਹ ਹਾਸਲ ਨਹੀਂ ਹੋਣਾ। ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਦਾ ਆਪਣਾ ਜੀਵਨ ਬਣਾਇਆ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਸਗੋਂ ਕਹਿੰਦੇ ਨੇ ਕੀੜੀ ਵਰਗੀ ਨਿਮਰਤਾ ਤੇਰੇ 'ਚ ਹੋਣੀ ਚਾਹੀਦੀ ਹੈ। ਕਹਿ ਕਬੀਰ ਗੁਰ ਭਲੀ ਬੁਝਾਈ, ਚੀਟੀ ਹੋਏ ਚੁਣ ਖਾਈ। ਚੀਟੀ ਦਾ ਅਰਥ ਹੈ ਕੀੜੀ। ਚੁਣ ਕੇ ਖੰਡ ਨੂੰ ਤੁਸੀਂ ਰੇਤ 'ਚ ਖਿਲਾਰ ਦਿਓ, ਹਾਥੀ ਨੂੰ ਆਖੋ ਵੀ ਤੂੰ ਇਕੱਠੀ ਕਰ ਲੈ, ਕਦੀ ਨਹੀਂ ਇਕੱਠੀ ਕਰ ਸਕਦਾ। ਹੰਕਾਰ ਵਿੱਚ ਰਿਹਾ ਪਰਮਾਤਮਾ ਦਾ ਨਾਮ ਨਹੀਂ ਜੀਵਨ ਵਿੱਚ ਆ ਸਕਦਾ। ਨਿਮਰਤਾ ਦੇ ਵਿੱਚ ਰਿਹਾ ਹੀ ਨਾਮ ਜਿਹੜਾ ਉਹ ਇਕੱਠਾ ਕੀਤਾ ਜਾ ਸਕਦਾ ਹੈ, ਨਾਮ ਦਾ ਵਪਾਰ ਕੀਤਾ ਜਾ ਸਕਦਾ ਹੈ। ਕਿਉਂਕਿ ਹਉਮੈ ਨਾਮੈ ਨਾਲ ਵਿਰੋਧ ਹੈ। ਗੁਰਸਿੱਖੋ, ਹਉਮੈ ਤੇ ਨਾਮ ਦਾ ਆਪਸੀ ਵਿਰੋਧ ਹੈ। ਅਗਲੇ ਵਚਨ ਕੀਤੇ ਆਖਣ ਲੱਗੇ, ਇੱਕ ਤਾਂ ਵਿਚਾਰ ਇਹ ਹੈ ਕਿ ਐਸਾ ਭਗਤ ਬਣ। ਆਓ ਕਿ ਐਸੇ ਮਨੁੱਖ ਨੂੰ ਹੀ ਭਗਤ ਆਖਣਾ ਚਾਹੀਦਾ ਹੈ, ਬਾਬਾ ਫਰੀਦ ਜੀ ਕਹਿ ਰਹੇ ਨੇ। ਫਿਰ ਅਗਲੇ ਵਚਨ ਕੀਤੇ ਕਿ ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਤੇ ਇੱਕ ਵਿਚਾਰ ਜੀਵਨ 'ਚ ਪੱਕੀ ਕਰਨੀ, ਇੱਕ ਫਿੱਕਾ ਨਾ ਗਾਲਾ ਏ, ਇੱਕ ਵੀ ਫਿੱਕਾ ਵਚਨ ਨਾ ਬੋਲ। ਤਾਈ ਗੁਰੂ ਸਾਹਿਬ ਨੇ ਆਖਿਆ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਤੇਰੇ ਜੀਵਨ ਵਿੱਚ ਨਿਮਰਤਾ ਹੋਣੀ ਚਾਹੀਦੀ ਹੈ, ਤੇਰੇ ਬੋਲ ਮਿੱਠੇ ਹੋਣੇ ਚਾਹੀਦੇ ਨੇ। ਮਿਠਾਸ ਬਹੁਤ ਵੱਡਾ ਗੁਣ ਹੈ। ਕਹਿੰਦੇ ਨੇ ਜੇ ਰੱਬ ਨੂੰ ਮਿਲਣਾ ਨਾ, ਬਾਬਾ ਜੀ ਕਹਿਣ ਲੱਗੇ ਫਿਰ ਫਿੱਕਾ ਵਚਨ ਨਾ ਬੋਲ, ਸਭਨਾ ਮੈਂ ਸੱਚਾ ਧਣੀ, ਕਿਉਂਕਿ ਸਭ ਵਿੱਚ ਸੱਚਾ ਮਾਲਕ ਵਸ ਰਿਹਾ ਹੈ। ਬੜੀ ਡੂੰਘੀਆਂ ਵਿਚਾਰਾਂ ਨੇ। ਸਾਰੇ ਹਿਰਦਿਆਂ 'ਚ ਵਾਹਿਗੁਰੂ ਰਹਿੰਦਾ ਹੈ, ਸਾਰਿਆਂ 'ਚ ਰੱਬ ਰਹਿੰਦਾ ਹੈ। ਕਿਸੇ ਨੂੰ ਫਿੱਕਾ ਵਚਨ ਨਾ ਬੋਲ, ਕਿਸੇ ਨੂੰ ਕੋੜਾ ਵਚਨ ਨਾ ਬੋਲ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਹੈ, ਕਹਿੰਦੇ ਜੇ ਤੂੰ ਫਿੱਕਾ ਬੋਲੇਂਗਾ, ਨਾਨਕ ਫਿੱਕਾ ਹੈ ਬੋਲੀਏ ਤਨ ਮਨ ਫਿੱਕਾ ਹੋਏ। ਜੇ ਤੂੰ ਫਿੱਕਾ ਬੋਲੇਂਗਾ ਤੇ ਤੇਰਾ ਤਨ ਤੇ ਮਨ ਦੋਵੇਂ ਫਿੱਕੇ ਹੋ ਜਾਣਗੇ। ਇਸ ਕਰਕੇ ਫਿੱਕਾ ਨਾ ਬੋਲ, ਕਿਉਂਕਿ ਸਾਰਿਆਂ ਵਿੱਚ ਵਾਹਿਗੁਰੂ ਹੈ, ਪਰਮੇਸ਼ਰ ਹੈ। ਹਿਆਉ ਨਾ ਕਹੀ ਠਾਏ। ਹਿਆਉ ਦਾ ਅਰਥ ਹੈ ਹਿਰਦਾ, ਨਾ ਕਹੀ ਦਾ ਅਰਥ ਹੈ ਕਿਸੇ ਦਾ ਵੀ, ਢਾਏ ਦਾ ਅਰਥ ਹੈ ਢਾਹ। ਪਾਓਗੇ ਕਿਸੇ ਦਾ ਹਿਰਦਾ ਜਾਂ ਕਿਸੇ ਦਾ ਦਿਲ ਨਾ ਦੁਖਾ। ਮਾਨਕ ਸਭ ਅਮੋਲਵੇ, ਕਿਉਂਕਿ ਸਾਰੇ ਮਨੁੱਖ, ਸਾਰੇ ਜੀਵ ਪਰਮਾਤਮਾ ਦੇ ਨੇ, ਵਾਹਿਗੁਰੂ ਦਾ ਰੂਪ ਹੀ ਨੇ, ਉਹ ਸਾਰੇ ਅਮੋਲਕ ਨੇ। ਇੱਥੇ ਕੋਈ ਜੀਵ ਐਸਾ ਨਹੀਂ ਜਿਹੜਾ ਅਮੋਲਕ ਨਹੀਂ ਹੈ, ਜਿਹਦੇ ਵਿੱਚ ਮੇਰੇ ਮਾਲਕ ਦੀ ਜੋਤ ਹੋਵੇ, ਕਿਉਂਕਿ ਮਾਲਕ ਦੀ ਜੋਤ ਅਮੋਲਕ ਹੈ। ਔਰ ਜਿਸ ਸਰੀਰ 'ਚ ਟਿੱਕੀ ਹੈ ਉਹ ਸਰੀਰ ਵੀ ਅਮੋਲਕ ਹੈ। ਮੈਂ ਬੇਨਤੀ ਕਰਾਂ, ਜੋ ਬਾਬਾ ਫਰੀਦ ਜੀ ਇਹਨਾਂ ਸਲੋਕਾਂ ਸਮਝਾ ਰਹੇ ਨੇ, ਇਹ ਧਰਮ ਦੀ ਸਭ ਤੋਂ ਉੱਪਰਲੀ ਪੌੜੀ ਹੈ। ਧਰਮ ਦੀ ਸ਼ੁਰੂਆਤ ਦਾਨ, ਪੁੰਨ, ਸੇਵਾ, ਸਿਮਰਨ ਤੋਂ ਸ਼ੁਰੂ ਹੋ ਸਕਦੀ ਹੈ। ਸਤਸੰਗਤ ਤੋਂ ਹੋ ਸਕਦੀ ਹੈ, ਮੱਥਾ ਟੇਕਣ ਤੋਂ ਹੋ ਸਕਦੀ ਹੈ। ਪਰ ਧਰਮ ਦੀ ਜਿਹੜੀ ਆਖਿਰਲੀ ਪੌੜੀ ਉਹ ਹੈ ਕਿ ਜੀਵਨ ਐਸਾ ਬਣ ਜਾਣਾ, ਜੀਵਨ ਇਹੋ ਜਿਹਾ ਬਣ ਜਾਣਾ।
ਇਹ ਆਖਿਰਲੀ ਪੌੜੀ ਹੈ। ਔਰ ਜੇ ਐਸਾ ਨਹੀਂ ਨਾ ਤਾਂ ਸੱਚ ਜਾਣਨਾ, ਫਿਰ ਅਸੀਂ ਜੋ ਧਰਮ ਸੁਣਿਆ, ਜੋ ਧਰਮ ਅਸੀਂ ਨਿਭਾਇਆ ਹੈ ਹੁਣ ਤੱਕ, ਉਹ ਧਰਮ ਕਮਾਇਆ ਨਹੀਂ, ਔਰ ਜਿਹੜਾ ਕਮਾਇਆ ਨਹੀਂ ਉੱਥੇ ਪ੍ਰਵਾਨ ਵੀ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਵਿੱਚ ਵਿੱਚ ਨੂੰ ਇਸ਼ਾਰੇ ਦਿੱਤੇ ਕਿ ਸੇਵਕ ਸਿੱਖ ਪੂਜਨ ਸਭ ਆਮੈ ਸਭ ਗਾਮੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਆਗਿਆ ਮੰਨੀ ਸਤ ਕਰਕੇ ਵੀ ਸਤਿਗੁਰ ਤੂੰ ਜੋ ਕਹਿ ਦਿੱਤਾ ਉਹ ਸਤ ਹੈ। ਗਾ ਵੀ ਲਿਆ, ਸੁਣ ਵੀ ਲਿਆ, ਧਰਮ ਨਹੀਂ ਹੈ ਜੇ, ਇਹ ਕਮਾਉਣਾ ਹੈ। ਜਦੋਂ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ ਨਾ, 4 ਪੌੜੀਆਂ ਸੁਣਨ ਦੀਆਂ ਨੇ, 4 ਪੌੜੀਆਂ ਮੰਨਣ ਦੀਆਂ ਨੇ, 4 ਪੌੜੀਆਂ ਕਮਾਉਣ ਦੀਆਂ ਨੇ। ਪਹਿਲਾ ਸੁਣਨਾ, ਮੰਨਣਾ, ਕਮਾਉਣਾ, ਉਸ ਤੋਂ ਅੱਗੇ ਆਉਂਦਾ ਹਟਾਉਣਾ। ਦੁਨਿਆਵੀ ਤੌਰ ਤੋਂ ਅਸੀਂ ਦੇਖਦੇ ਹਾਂ ਕਿ ਕੋਈ ਬੰਦਾ ਕਿਸੇ ਕੰਮ ਬਾਰੇ ਸੁਣਦਾ, ਕਿਸੇ ਵਪਾਰ ਬਾਰੇ ਸੁਣਦਾ, ਉਹ ਸੁਣ ਕੇ ਉਸਨੂੰ ਮੰਨਦਾ, ਕਰਦਾ, ਕਰਕੇ ਉਸਦੇ ਵਿੱਚੋਂ ਕਮਾਈ ਕਰਦਾ, ਕਮਾ ਕੇ ਫਿਰ ਉਹ ਹੰਡਾਉਂਦਾ, ਨਵੀਂ ਗੱਡੀ ਲੈ ਕੇ ਆ ਜਾਂਦਾ, ਨਵਾਂ ਘਰ ਬਣਾ ਲੈਂਦਾ, ਕੱਪੜੇ ਨਵੇਂ ਬ੍ਰਾਂਡਡ ਖਰੀਦ ਲੈਂਦਾ। ਉਹਨੂੰ ਪੁੱਛੋ ਕੀ ਹਾਲ ਹੈ, ਕਹਿੰਦੇ ਆਨੰਦ ਹੈ। ਉਹ ਕਹਿੰਦਾ ਚੜ੍ਹਦੀ ਕਲਾ। ਕਿਉਂ? ਕਿਉਂਕਿ ਉਹਦੇ ਕੋਲ 4 ਪੈਸੇ ਇਕੱਠੇ ਹੋ ਗਏ ਨੇ, ਉਸ ਚੀਜ਼ ਦੀ ਉਹ ਚੜ੍ਹਦੀ। ਵੈਸੇ ਚੜ੍ਹਦੀ ਕਲਾ ਗੁਰਬਾਣੀ ਨੇ 4 ਪੈਸੇ ਇਕੱਠੇ ਹੋਣ ਨੂੰ ਨਹੀਂ ਕਿਹਾ, ਕਿਉਂਕਿ 4 ਪੈਸੇ ਤੇ ਅੱਜ ਨੇ, ਕੱਲ ਨਹੀਂ ਵੀ ਹੋ ਸਕਦੇ। ਧਨ ਅੱਜ ਹੈ, ਕੱਲ ਨਹੀਂ ਵੀ ਹੋ ਸਕਦਾ। ਗੁਰਬਾਣੀ ਨੇ ਤਾਂ ਦੁੱਖ ਦੇ ਵਿੱਚ ਰਹਿਣਾ ਵੀ ਚੜ੍ਹਦੀ ਕਲਾ ਕਿਹਾ। ਕੇਤਿਆਂ ਦੁੱਖ ਭੁਗ ਸਦਮਾਰ ਏਪੇ ਦਾਤ ਤੇਰੀ ਦਾਤਾਰ ਕਹਿਆ ਵੀ ਸੱਚੇ ਪਾਤਸ਼ਾਹ ਇਹ ਤੇਰੀ ਦਾਤ ਹੈ। ਇਹ ਗੁਰਬਾਣੀ ਦੇ ਵਿੱਚ ਇਹ ਚੜ੍ਹਦੀ ਕਲਾ ਹੈ। ਪਰ ਜਦੋਂ ਅਧਿਆਤਮ ਤੌਰ ਤੋਂ ਵੇਖਾਂਗੇ, ਆਨੰਦ ਕਦੋਂ ਮਿਲੇਗਾ? ਸੱਚ ਜਾਣਨਾ ਜਦੋਂ ਅਸੀਂ ਗੁਰੂ ਕੇ ਵਚਨਾਂ ਨੂੰ ਸੁਣਾਂਗੇ, ਮੰਨਾਂਗੇ, ਕਮਾਵਾਂਗੇ, ਆਪਣੇ ਪਿੰਡੇ ਤੇ ਹੰਡਾਵਾਂਗੇ। ਆਪਣੇ ਜੀਵਨ ਵਿੱਚ ਸਾਡੇ ਦਿਖਾਈ ਦੇਣਾ ਚਾਹੀਦਾ ਵੀ ਅਸੀਂ ਵਾਕਈ ਗੁਰੂ ਨਾਨਕ ਦੀ ਸਿੱਖਿਆ ਨੂੰ ਕਮਾਉਣ ਵਾਲੇ ਹਾਂ। ਫਿਰ ਆਨੰਦ ਆਪ ਨਹੀਂ ਕਹਿਣਾ ਪਏਗਾ, ਲੋਕ ਕਹਿਣਗੇ ਇਸ ਦੀ ਜ਼ਿੰਦਗੀ 'ਚ ਬੜਾ ਹੀ ਆਨੰਦ ਹੈ। ਉਚਾਰਨ ਕਰੋ ਸਤਨਾਮ। ਇਹ ਬੰਦਾ ਬੜੇ ਖੇੜੇ 'ਚ ਰਹਿੰਦਾ ਹੈ, ਇਹਦੇ ਕੋਲ ਐਸਾ ਕੀ ਹੈ? ਦੇਖੋ ਨਾ ਤੁਸੀਂ, ਗੁਰਸਿੱਖਾਂ ਦਾ ਜੀਵਨ ਰਹਿਣ ਨੂੰ ਘਰ ਨਹੀਂ, ਖਾਣ ਨੂੰ ਭੋਜਨ ਨਹੀਂ, ਪਾਉਣ ਨੂੰ ਕੱਪੜੇ ਨਹੀਂ, ਘੋੜਿਆਂ ਦੀ ਕਾਠੀਆਂ ਤੇ ਰਹਿੰਦੇ ਆ, ਕੋਈ ਪੱਕਾ ਟਿਕਾਣਾ ਨਹੀਂ। ਰਾਤ ਪੈਂਦੀ ਹੈ, ਘੋੜਿਆਂ ਦੀ ਕਾਠੀ ਤੇ ਸੋ ਜਾਂਦੇ ਆ, ਪਾਉਣ ਨੂੰ ਚੰਗੇ ਵਸਤਰ ਨਹੀਂ, ਰਹਿਣ ਨੂੰ ਘਰ ਨਹੀਂ, ਖਾਣ ਨੂੰ ਖੁਰਾਕ ਨਹੀਂ। ਖਾਲਸਿਆਂ ਨੂੰ ਕੋਈ ਪੁੱਛਦਾ ਸੀ ਕੀ ਹਾਲ ਹੈ, ਕਹਿੰਦੇ ਸੀ ਆਨੰਦ ਹੈ। ਲੋਕ ਕਹਿੰਦੇ ਵੀ ਆਨੰਦ? ਕਹਿੰਦੇ ਹਾਂ। ਕਹਿੰਦੇ ਆਨੰਦ ਤੁਹਾਡੇ ਕੋਲ, ਸਾਡੇ ਕੋਲ ਤਾਂ ਇਤਨਾ ਧਨ ਪਦਾਰਥ ਸਭ ਕੁਝ ਹੈ, ਸਾਡੇ ਕੋਲ ਤਾਂ ਆਨੰਦ ਕੋਈ ਨਹੀਂ। ਆਖਣ ਲੱਗੇ ਆਨੰਦ ਤੁਹਾਡੇ ਕੋਲ ਕਿੱਥੋਂ ਆਇਆ? ਉਹ ਕਹਿੰਦੇ ਸੀ ਆਨੰਦ ਆਇਆ, ਗੁਰੂ ਦੀ ਪ੍ਰਾਪਤੀ ਹੋ ਗਈ ਸਾਨੂੰ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਹ ਕਹਿੰਦੇ ਅਸੀਂ ਸਤਿਗੁਰ ਪ੍ਰਾਪਤ ਕਰ ਲਿਆ, ਮੈਨੂੰ ਸਤਿਗੁਰ ਮਿਲ ਗਿਆ। ਖਿਆਲ ਕਰਨਾ, ਜੀਵਨ ਦੇ ਅੰਦਰ ਆਨੰਦ ਸਿੱਖ ਦੇ ਉਦੋਂ ਹੀ ਆਵੇਗਾ ਜਿੰਨਾ ਸਤਿਗੁਰੂ ਦੀ ਪ੍ਰਾਪਤੀ ਹੋ ਜਾਵੇਗਾ। ਹੁਣ ਸਾਰੇ ਅਸੀਂ ਕਹਿ ਦਿੰਦੇ ਅਸੀਂ ਅੰਮ੍ਰਿਤ ਛਕ ਲਿਆ, ਅਸੀਂ ਗੁਰੂ ਵਾਲੇ ਬਣ ਗਏ। ਨਹੀਂ ਨਹੀਂ, ਇਹ ਸ਼ੁਰੂਆਤ ਹੈ। ਸਤਿਗੁਰ ਮਿਲਣ ਦੀ ਕੁਝ ਨਿਸ਼ਾਨੀਆਂ ਨੇ। ਗੁਰ ਲਾਗਾ ਤਬ ਜਾਣੀਐ ਮਿਟੈ ਰੋਗ ਤਨ ਤਾਪ। ਗੁਰੂ ਲੱਗਿਆ ਹੋਇਆ ਤਾਂ ਸਮਝੋ, ਗੁਰੂ ਮਿਲਿਆ ਤਾਂ ਸਮਝੋ। ਜੇ ਰੋਗ ਤਨ ਤਾਪ ਸਾਰੇ ਬਿਨਸ ਜਾਣ, ਤ੍ਰਿਸ਼ਨਾ ਖਤਮ ਹੋ ਜਾਵੇ, ਸਮਝ ਲਓ ਅਸੀਂ ਗੁਰੂ ਵਾਲੇ ਬਣ ਗਏ ਹਾਂ। ਅਜੇ ਤਾਂ ਸ਼ੁਰੂਆਤ ਹੀ ਕੀਤੀ ਹੈ। ਐਡਮਿਸ਼ਨ ਲੈ ਲੈਣਾ ਜੋ ਡਿਗਰੀ ਹਾਸਲ ਕਰਨਾ ਨਹੀਂ ਹੈ। ਇਹ ਐਡਮਿਸ਼ਨ ਹੈ, 5 ਕਕਾਰ ਪਾ ਲੈਣੇ, ਨਿਤਨੇਮ ਕਰ ਲੈਣਾ, ਸਕੂਲ ਦੀ ਪੜ੍ਹਾਈ ਕਰ ਲੈਣੀ, ਵਰਦੀ ਖਰੀਦ ਲੈਣੀ। ਇਹ ਐਡਮਿਸ਼ਨ ਦੀ ਸ਼ੁਰੂਆਤੀ ਦੌਰ ਹੈ। ਡਿਗਰੀ ਤਾਂ ਪੜ੍ਹਾਈ ਕਰਕੇ ਹਾਸਲ ਹੁੰਦੀ ਹੈ। ਡਿਗਰੀ ਤਾਂ ਪੜ੍ਹਾਈ ਕਰਨ ਤੋਂ ਬਾਅਦ ਪੇਪਰ ਦੇ ਕੇ ਜਦੋਂ ਪੇਪਰਾਂ ਦੇ ਵਿੱਚੋਂ ਪਾਸ ਹੁੰਦਾ, ਫਿਰ ਕੋਈ ਉੱਥੇ ਫਿਰ ਡਿਗਰੀ ਹਾਸਲ ਕਰਦਾ। ਜਿਹਨੇ ਪੜ੍ਹਾਈ ਵੀ ਕੀਤੀ ਹੋਵੇ, ਪੇਪਰ ਜੋ ਸਹੀ ਦੇ ਕੇ ਨਾ ਆਇਆ ਹੋਵੇ, ਫੇਲ ਹੋ ਜਾਵੇ, ਡਿਗਰੀ ਤਾਂ ਫਿਰ ਵੀ ਨਾ ਪ੍ਰਾਪਤ ਹੁੰਦੀ। ਸਿੱਖੀ ਬੜੀ ਕਠਿਨ ਹੈ। ਬਾਬਾ ਫਰੀਦ ਜੀ ਜਿਸ ਮੁਕਾਮ ਤੱਕ ਸਾਨੂੰ ਪਹੁੰਚਾਉਣਾ ਚਾਹੁੰਦੇ ਨੇ ਅੱਜ, ਔਰ ਗੁਰਬਾਣੀ ਜਿੱਥੇ ਤੱਕ ਸਿੱਖ ਨੂੰ ਪਹੁੰਚਾਉਣਾ ਚਾਹੁੰਦੀ ਹੈ, ਪਿਆਰ ਵਾਲੇ ਸੱਚ ਜਾਣ, ਇਹ ਮੁਕਾਮ ਬਹੁਤ ਹੀ ਉੱਚਾ ਹੈ। ਕਹਿਣ ਲੱਗੇ ਸਭਨਾ ਮਨ ਮਾਣਿਕ, ਸਾਰੇ ਜੀਵਾਂ ਦੇ ਮਨ ਮੋਤੀ ਹਨ। ਸਾਡੇ ਕੋਲ ਜਿਹੜਾ ਮਨ ਹੈ, ਸਾਡੇ ਕੋਲ ਜਿਹੜੇ ਫੁਰਨੇ ਨੇ, ਸਾਡੇ ਕੋਲ ਜਿਹੜੇ ਖਿਆਲ ਨੇ, ਸਾਡੇ ਕੋਲ ਜਿਹੜਾ ਮਨ ਹੈ, ਕਿਉਂਕਿ ਮਨ ਨੂੰ ਗੁਰਬਾਣੀ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ। ਮਨ ਪਰਮਾਤਮਾ ਦਾ ਜੋਤੀ ਸਰੂਪ ਹੈ, ਇਸ ਕਰਕੇ ਅਮੋਲਕ ਹੈ।
ਜਦੋਂ ਮਨ ਰੱਬ ਦਾ ਜੋਤੀ ਸਰੂਪ ਹੈ ਨਾ, ਪਰਮੇਸ਼ਰ ਦਾ ਅੰਸ਼ ਹੈ ਜਦੋਂ ਮਨ, ਉਸ ਵੇਲੇ ਇਹ ਅਮੂਲਕ ਹੈ। ਸਭਨਾ ਮਨ ਮਾਣਿਕ, ਸਾਰੇ ਜੀਵਾਂ ਦਾ ਮਨ ਮੋਤੀ ਹੈ। ਠਾਣ ਮੂਲ ਮਚਾਂਗਵਾ, ਤੇ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ, ਠਾਣ ਦਾ ਅਰਥ ਹੈ ਢਾਉਣਾ, ਦੁਖਾਣਾ। ਮੂਲ ਦਾ ਅਰਥ ਹੈ ਉੱਕਾ ਹੀ, ਮਚਾਂਗਵਾ ਦਾ ਅਰਥ ਹੈ ਚੰਗਾ ਨਹੀਂ ਹੈ। ਭਾਵ ਕਿ ਕਿਸੇ ਨੂੰ ਵੀ, ਕਿਸੇ ਦਾ ਵੀ ਮਨ ਦੁਖਾਉਣਾ ਉੱਕਾ ਹੀ ਚੰਗਾ ਨਹੀਂ ਹੈ। ਬੜਾ ਔਖਾ ਇਸ ਤਾਂ ਆਪਣੇ ਬੱਚਿਆਂ ਦਾ ਮਨ, ਬੱਚੇ ਆਪਣੇ ਮਾਤਾ ਪਿਤਾ ਦਾ ਮਨ, ਗੁਆਂਢੀ ਦਾ ਮਨ, ਇੱਕ ਦੂਜੇ ਦਾ ਮਨ, ਪਤਾ ਨਹੀਂ ਕਿਤਨੇ ਵਾਰੀ ਦੁਖਾਉਂਦੇ ਹਾਂ, ਕਿਤਨੇ ਵਾਰੀ ਇੱਕ ਦੂਜੇ ਕੋਲੋਂ ਦੁਖੀ ਹੁੰਦੇ ਹਾਂ, ਕਿਤਨੇ ਵਾਰੀ ਇੱਕ ਦੂਜੇ ਨੂੰ ਦੁੱਖ ਦਿੰਦੇ ਹਾਂ, ਕਿਤਨੇ ਵਾਰੀ ਕਿਸੇ ਦੇ ਮਨ ਨੂੰ ਤੋੜਦੇ ਹਾਂ। ਇਹ ਧਰਮ ਦਾ ਸਿਰਾ ਹੈ ਜੋ ਬਾਬਾ ਫਰੀਦ ਜੀ ਕਹਿਣਾ ਚਾਹ ਰਹੇ ਨੇ, ਕਿਉਂਕਿ ਮਨ ਜੋਤ ਸਰੂਪ ਹੈ ਪਰਮਾਤਮਾ ਦਾ। ਇਹ ਮਨ ਪਰਮਾਤਮਾ ਦਾ ਰੂਪ ਹੈ। ਬਾਬਾ ਫਰੀਦ ਜੀ ਕਹਿਣ ਲੱਗੇ, ਜੇ ਤੂੰ ਰੱਬ ਦੇ ਘਰ ਤੱਕ ਪਹੁੰਚਣਾ ਚਾਹੁੰਦਾ ਹੈ ਭਾਈ, ਪਰਮਾਤਮਾ ਨੂੰ ਮਿਲਣ ਦੀ ਤੇਰੇ ਅੰਦਰ ਤਾਂਘ ਪੈਦਾ ਹੋਈ ਵੀ ਮੈਂ ਰੱਬ ਨੂੰ ਮਿਲਣਾ ਚਾਹੁੰਦਾ, ਫਿਰ ਪਹਿਲਾਂ ਇਹ ਕੰਮ ਕਰ ਜਿਹੜੇ ਮੈਂ ਤੈਨੂੰ ਦੱਸ ਰਿਹਾ। ਤੂੰ ਹੋਰ ਚੱਕਰ ਵਿੱਚ ਕਿਤੇ ਤਪੱਸਿਆ ਕਰੇ, ਜੰਗਲ ਵਿੱਚ ਜਾ ਕੇ ਹੋਰ ਕੋਈ ਕੰਮ ਕਰੇ, ਇਸ ਤਰ੍ਹਾਂ ਰੱਬ ਨਹੀਂ ਮਿਲਣਾ। ਜਿਤਨੇ ਮਰਜ਼ੀ ਸਾਧਨ ਜੁਟਾ ਲੈ ਜ਼ਿੰਦਗੀ ਦੇ ਅੰਦਰ, ਇਹ ਸਾਧਨ ਜੁਟਾਣੇ ਪੈਣੇ ਨੇ। ਕਹਿਣ ਲੱਗੇ ਸਭਨਾ ਮਨ ਮਾਣਿਕ, ਠਾਨ ਮੂਲ ਮਚਾਂਗਵਾ, ਜੇ ਤੋ ਪ੍ਰਿਆ ਦੀ ਸਿੱਖ। ਜੇ ਤੋ ਦਾ ਅਰਥ ਹੈ ਤੈਨੂੰ, ਜੇ ਤੈਨੂੰ, ਤੋ ਦਾ ਅਰਥ ਹੈ ਤੈਨੂੰ, ਪ੍ਰਿਆ ਦਾ ਅਰਥ ਹੈ ਪਿਆਰੇ ਪ੍ਰਭੂ ਦੀ, ਸਿੱਖ ਦਾ ਅਰਥ ਹੈ ਤਾਂਗ। ਜੇ ਪਿਆਰੇ ਪ੍ਰਭੂ ਨੂੰ ਮਿਲਣ ਦੀ ਤੇਰੇ ਅੰਦਰ ਤਾਂਗ ਪੈਦਾ ਹੋਈ ਹੈ, ਜਿਵੇਂ ਅੱਜ ਦਾ ਮੁਖਵਾਕ ਆਇਆ, ਉਮਕਿਓ ਹੀਓ ਮਿਲਣ ਪ੍ਰਭ ਤਾਈ, ਮੇਰੇ ਅੰਦਰ ਉਮੰਗ ਪੈਦਾ ਹੋ ਗਈ ਪਰਮਾਤਮਾ ਨੂੰ ਦੇਖਣ ਵਾਸਤੇ। ਕਹਿੰਦੇ ਨੇ ਜੇ ਤੋ ਪ੍ਰਿਆ ਦੀ ਸਿੱਖ, ਹਿਆਉ ਨਾ ਠਾਏ ਕਹੀਦਾ। ਤਾਂ ਫਿਰ ਬਾਬਾ ਫਿਰ ਜੀ ਕਹਿੰਦੇ ਕਿ ਕੰਮ ਕਰਤਾ, ਕਿਸੇ ਦਾ ਦਿਲ ਨਾ ਦੁਖਾ, ਕਿਹਦਾ ਦਿਲ ਨਾ ਢਾਹ, ਕਿਸੇ ਦੇ ਦਿਲ ਨੂੰ ਨਾ ਤੋੜ। ਜੇ ਰੱਬ ਨੂੰ ਮਿਲਣਾ ਹੈ ਨਾ, ਤੇ ਕਿਸੇ ਦੇ ਦਿਲ ਨੂੰ ਨਾ ਢਾਹ, ਕਿਸੇ ਦੇ ਦਿਲ ਨੂੰ ਨਾ ਤੋੜ, ਇਹਦੇ ਦਿਲ ਦੇ ਉੱਤੇ ਸੱਟ ਨਾ ਮਾਰ। ਗੁਰਮਤ ਵਿੱਚ ਕਿਸੇ ਦਾ ਦਿਲ ਦੁਖਾਣਾ ਸਭ ਤੋਂ ਵੱਡਾ ਪਾਪ ਹੈ। ਸਗੋਂ ਸਾਰਿਆਂ ਨੂੰ ਪਿਆਰ ਕਰਨਾ ਇਸ ਕਰਕੇ ਕਿਉਂਕਿ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਭ ਠਾਈ, ਮਾਟੀ ਏਕ ਅਨੇਕ ਭਾਤ ਕਰ, ਸਾਜੀ ਸਾਜਣ ਹਾਰਾ। ਅਸੀਂ ਸਾਰੇ ਇੱਕੋ ਮਿੱਟੀ ਤੇ ਬਣੇ ਹੋਏ ਹਾਂ, ਉਹਦੀ ਹੋਂਦ ਇੱਕੋ ਹੀ ਹੈ। ਭਾਂਡੇ ਭਾਵੇਂ ਜੋ ਅਲੱਗ ਅਲੱਗ ਸਾਚਿਆਂ ਵਿੱਚ ਬਣੇ ਅਸੀਂ, ਇਹਨੂੰ ਸਮਝਿਓ ਥੋੜੀ ਗੱਲ ਨੂੰ, ਪਰ ਇਸ ਦੇ ਪਿੱਛੇ ਜੋ ਮਿੱਟੀ ਲੱਗੀ ਹੋਈ ਹੈ ਨਾ, ਉਹ ਮਿੱਟੀ ਇੱਕੋ ਹੀ ਹੈ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡਾ। ਮਿੱਟੀ ਦੇ ਇਸ ਭਾਂਡੇ ਵਿੱਚ ਕੋਈ ਕਮੀ ਨਹੀਂ ਹੈ, ਨਾ ਕਛ ਪੋਚ ਕੁੰਭਾਰ ਹੈ, ਨਾ ਬਣਾਉਣ ਵਾਲੇ ਕੁਮਹਾਰ ਪਾਓ। ਪਰਮਾਤਮਾ ਵਿੱਚ ਕੋਈ ਕਮੀ ਹੈ, ਨਾ ਤਾਂ ਵਾਹਿਗੁਰੂ ਜੀ ਵਿੱਚ ਕੋਈ ਕਮੀ ਹੈ, ਨਾ ਇਸ ਮਿੱਟੀ ਦੇ ਵਿੱਚ ਕੋਈ ਕਮੀ ਹੈ। ਅਸੀਂ ਮਿੱਟੀ ਦੀ ਕਮੀਆਂ ਹੀ ਕੱਢੀ ਜਾਂਦੇ ਹਾਂ। ਉਹ ਪਿਆਰ ਵਾਲੇ, ਉਹ ਸਰੀਰ ਨੇ ਕੀ ਵਿਗਾੜਿਆ? ਇਹ ਸਰੀਰ ਦੀ ਕੀ ਕਮੀ ਹੈ? ਜੇ ਕਮੀ ਹੈ ਤਾਂ ਸਾਡੇ ਵਿਚਾਰਾਂ ਦੀ ਹੋ ਸਕਦੀ ਹੈ, ਸਾਡੇ ਖਿਆਲਾਂ ਦੀ ਹੋ ਸਕਦੀ ਹੈ, ਸਾਡੇ ਔਗਣਾਂ ਦੀ ਹੋ ਸਕਦੀ ਹੈ, ਸਾਡੀ ਬੁਰਾਈਆਂ ਦੀ ਹੋ ਸਕਦੀ ਹੈ, ਸਾਡੇ ਕਰਮਾਂ ਦੀ ਹੋ ਸਕਦੀ ਹੈ, ਪਰ ਤਨ ਨੇ ਤਾਂ ਕੁਛ ਨਹੀਂ ਵਿਗਾੜਿਆ ਨਾ। ਅਸੀਂ ਕੋਸਦੇ ਹਾਂ, ਤਨ ਨੂੰ ਕੋਸਦੇ ਹਾਂ। ਅਸੀਂ ਕਿਸੇ ਨੂੰ ਕਹਿੰਦੇ ਤੇਰਾ ਤਾਂ ਜੀਵਨ ਹੀ ਭੈੜਾ, ਤੇਰਾ ਤਾਂ ਸਰੀਰ ਹੀ ਮਾੜਾ, ਤੇਰਾ ਤਾਂ ਸੰਸਾਰ ਦੇ ਵਿੱਚ ਆਉਣਾ ਹੀ ਵਿਅਰਥ। ਨਹੀਂ ਪਿਆਰ ਵਾਲਿਓ, ਸਰੀਰ ਤਾਂ ਰੱਬ ਨੇ ਬਣਾਇਆ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਕਿ ਆਪਣੇ ਜੀਵਨ ਵੱਲ ਝਾਤ ਮਾਰ ਕੇ ਵੇਖ, ਪਰਮਾਤਮਾ ਨੇ ਮਨੁੱਖ ਨੂੰ ਸਰੀਰ ਕਰਕੇ ਪੂਰਨ ਤੌਰ ਤੋਂ ਸਵਾਰਿਆ ਹੋਇਆ। ਅੱਖਾਂ ਜਿੱਥੇ ਲਾਣੀਆਂ ਸੀ ਲਾ ਦਿੱਤੀਆਂ, ਪਰਵੱਟੇ ਜਿੱਥੇ ਲਾਣੇ ਸੀ ਲਾ ਦਿੱਤੇ ਨੇ, ਨੱਕ ਜਿੱਥੇ ਲਾਣੀ ਸੀ ਲਾ ਦਿੱਤੀ ਹੈ, ਮੂੰਹ ਜਿੱਥੇ ਲਾਣਾ ਸੀ ਲਾ ਦਿੱਤਾ ਹੈ। ਤਨ ਦੇ ਵਿੱਚ ਕੋਈ ਐਸੀ ਚੀਜ਼ ਨਹੀਂ ਜੋ ਕਿਸੇ ਥਾਂ ਤੋਂ, ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਦੀ ਲੋੜ ਹੈ। ਬੰਦਿਆਂ ਨੂੰ ਅਜੇ ਇਸ ਗੱਲ ਦੀ ਸੋਝੀ ਨਹੀਂ ਹੈ। ਮੰਨ ਲਓ ਕਿ ਜੋ ਅੱਖਾਂ ਜਿਹੜੀਆਂ ਨੇ ਉਹ ਮੂੰਹ ਤੋਂ ਥੱਲੇ ਹੁੰਦੀਆਂ, ਫਿਰ ਕੋਈ ਸ਼ੋਭਾ ਦਿੰਦਾ? ਰੱਬ ਨੇ ਇੱਕ ਤਰਤੀਬ 'ਚ ਢਾਲਿਆ ਸਾਰਾ ਕੁਛ। ਇਹ ਸਾਰਾ ਤਨ ਰੱਬ ਨੇ ਸਵਾਰਿਆ। ਤੇ ਗੁਰੂ ਸਾਹਿਬ ਬਾਣੀ 'ਚ ਗੱਲ ਕਹਿੰਦੇ ਨੇ, ਦੇਖ ਤਨ ਵਾਹਿਗੁਰੂ ਨੇ ਸਵਾਰਿਆ, ਤਨ ਦੇ ਵਿੱਚ ਕੋਈ ਵੀ ਕਮੀ ਨਹੀਂ ਛੱਡੀ ਪਰਮਾਤਮਾ ਨੇ। ਤੇ ਜੇ ਕੋਈ ਤੇਰੇ ਕੋਲ ਅਧੂਰੀ ਚੀਜ਼ ਹੈ, ਉਹ ਤੇਰਾ ਮਨ ਹੈ, ਆਪਣੇ ਮਨ ਨੂੰ ਸਵਾਰ।
ਤੇਰੇ ਅੰਦਰ ਜੇ ਕੋਈ ਅਧੂਰੀ ਚੀਜ਼ ਹੈ ਨਾ, ਅਣਕੜੀ ਚੀਜ਼ ਹੈ, ਉਹ ਤੇਰਾ ਮਨ ਹੈ। ਤਨ ਪਰਮਾਤਮਾ ਨੇ ਸਵਾਰਿਆ। ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ, ਮੈਂ ਕਹਿ ਕੇ ਸਮਾਪਤੀ ਕਰਾਂ। ਉਹ ਕਹਿੰਦਾ ਅੱਡ ਅੱਡ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ। ਕਹਿੰਦਾ ਮੇਰੇ ਮਾਲਕ ਦੀ ਕੁਦਰਤ ਦੇਖ ਕਿ ਅੱਡ ਅੱਡ ਹੱਡੀਆਂ ਦੇ ਜੋੜ ਕਿਤਨੀ ਜੁਗਤੀ ਨਾਲ ਮਾਤਾ ਦੇ ਘਰ ਵਿੱਚ ਮੇਰੇ ਮਾਲਕ ਨੇ ਜੋੜ ਦਿੱਤੇ। ਅੱਡ ਅੱਡ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ ਕੀਤੀ ਹੈ ਸਪਾਈ ਸੋਨਾ, ਫਿਰ ਰੰਦਾ ਹੈ। ਕਿਤਨੀ ਸਪਾਈ ਕੀਤੀ। ਇਹ ਪਰਮਾਤਮਾ ਦੀ ਕਰਾਮਾਤ ਹੈ, ਇਹ ਪਰਮਾਤਮਾ ਦੀ ਖੇਡ ਹੈ ਕਿ ਜਿਸ ਤਰ੍ਹਾਂ ਸਾਡਾ ਤਨ ਬਣਿਆ। ਹੈਰਾਨੀ ਦੀ ਗੱਲ ਹੈ ਵੀ ਕਿਸ ਤਰ੍ਹਾਂ ਉਸ ਪਰਮਾਤਮਾ ਨੇ ਇਸ ਤਨ ਨੂੰ ਬਣਾਇਆ। ਉਹ ਵਿਦਵਾਨ ਕਹਿੰਦਾ ਦੇਖ ਪਰਮਾਤਮਾ ਦੀ ਖੇਡ, ਅੱਡ ਅੱਡ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ ਕੀਤੀ ਹੈ ਸਪਾਈ ਸੋਨਾ, ਫਿਰ ਰੰਦਾ ਹੈ। ਬੰਦਾ ਹੋ ਕੇ ਕਰੇ ਬੰਦਗੀ ਤਾਂ ਬੰਦਾ ਚੰਗਾ ਹੈ, ਬੰਦਗੀ ਤੋਂ ਬਗੈਰ ਬੰਦਾ ਗੰਦਗੀ ਤੋਂ ਵੀ ਗੰਦਾ ਹੈ। ਵੀ ਜੇ ਬੰਦਾ ਹੈ ਨਾ, ਔਰ ਜੇ ਤੂੰ ਬੰਦਗੀ ਨਹੀਂ ਕਰਦਾ ਤੇ ਗੰਦਗੀ ਦੇ ਢੇਰ ਵਿੱਚ ਤੇ ਤੇਰੇ ਵਿੱਚ ਕੋਈ ਫਰਕ ਨਹੀਂ। ਉਚਾਰਨ ਕਰੋ ਸਤਨਾਮ। ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ ਨੇ ਭਾਈ ਬੰਦਗੀ ਕਰੀਏ, ਪਰ ਬੰਦਗੀ ਦਾ ਆਧਾਰ ਇਹ ਹੋਣਾ ਚਾਹੀਦਾ ਹੈ। ਬੰਦਗੀ ਤੇਰੀ ਇਹੀ ਹੈ ਕਿ ਯਤਨ ਕਰ ਜੀਵਨ ਵਿੱਚ ਕਿਸੇ ਦਾ ਦਿਲ ਨਾ ਦੁਖਾ। ਯਤਨ ਕਰ ਕਿ ਕਿਸੇ ਨੂੰ ਜੀਵਨ ਵਿੱਚ ਦੁੱਖ ਨਾ ਦੇ। ਜੇ ਕਿਸੇ ਦਾ ਭਲਾ ਨਹੀਂ ਕਰ ਸਕਦਾ ਤੇ ਯਤਨ ਕਰ, ਬਾਬਾ ਫਰੀਦ ਜੀ ਕਹਿੰਦੇ ਕਿਸੇ ਦਾ ਬੁਰਾ ਵੀ ਮਤ ਕਰ। ਜੇ ਕਿਸੇ ਦਾ ਭਲਾ ਨਹੀਂ ਹੁੰਦਾ ਕੋਈ ਗੱਲ ਨਹੀਂ, ਨਾ ਕਰੀਏ। ਅਸੀਂ ਕਿਸੇ ਦਾ ਭਲਾ ਨਹੀਂ ਨਾ ਕਰ ਸਕਦੇ, ਨਾ ਕਰੀ ਕੋਈ ਗੱਲ ਨਹੀਂ, ਪਰ ਸਾਨੂੰ ਬੁਰਾ ਕਰਨ ਦਾ ਕੋਈ ਅਧਿਕਾਰ ਨਹੀਂ ਦਿੱਤਾ ਕਿਸੇ ਨੇ। ਚੰਗਾ ਜੇ ਕਿਸੇ ਦਾ ਨਹੀਂ ਕਰ ਸਕਦੇ ਨਾ, ਤੇ ਆਪਾਂ ਜੀਵਨ ਵਿੱਚ ਬੁਰਾ ਨਾ ਕਰੀਏ। ਇਸ ਤਰ੍ਹਾਂ ਬਾਬਾ ਫਰੀਦ ਜੀ ਕਹਿੰਦੇ ਨੇ ਜੇ ਤੇਰੇ ਅੰਦਰ ਪਿਆਰੇ ਪ੍ਰਭੂ ਨੂੰ ਮਿਲਣ ਦੀ ਤਾਂਘ ਹੈ, ਰੱਬ ਦੇ ਘਰ ਤੱਕ ਤੂੰ ਪਹੁੰਚਣਾ ਚਾਹੁੰਦਾ ਹੈ, ਪਰਮਾਤਮਾ ਪਰਮੇਸ਼ਰ ਨੂੰ ਮਿਲਣਾ ਚਾਹੁੰਦਾ ਹੈ, ਫਿਰ ਇੱਕ ਕੰਮ ਜੀਵਨ ਵਿੱਚ ਇਹ ਪੱਕਾ ਕਰ ਲੈ ਕਿ ਆਪਣੇ ਜੀਵਨ ਵਿੱਚ ਨਿਮਰਤਾ ਰੱਖ, ਆਪਣੇ ਜੀਵਨ ਦੇ ਅੰਦਰ ਮਿਠਾਸ ਰੱਖ। ਆਪਣੇ ਆਪ ਨੂੰ ਜੋ ਵੀ ਤੇਰੇ ਕੋਲ ਗੁਣ ਨੇ ਉਹਨਾਂ ਗੁਣਾਂ ਦਾ ਕਦੇ ਅਹੰਕਾਰ ਨਾ ਕਰ। ਤਾਂ ਹੀ ਤੂੰ ਭਗਤ ਅਖਵਾਣ ਜੋਗਾ ਹੋਏਗਾ, ਤਾਂ ਹੀ ਤੂੰ ਪਰਮੇਸ਼ਰ ਦੇ ਘਰ ਵਿੱਚ ਕਬੂਲ ਹੋਏਗਾ। ਤਾਂ ਹੀ ਫਿਰ ਕਹਿ ਸਕਾਂਗੇ ਕਿ ਤੂੰ ਆਪਣੇ ਜੀਵਨ ਨੂੰ ਸਫਲ ਕਰ ਲਿਆ। ਤੇਰੀ ਕੀਤੀ ਤਪੱਸਿਆ, ਤੇਰਾ ਕੀਤਾ ਜਪ ਤਪ ਸਾਧਨਾ ਕਥਾ ਸਤਸੰਗ ਸੁਣਿਆ, ਕੀਰਤਨ ਕੀਤਾ, ਕਥਾ ਕੀਤੀ, ਪਾਠ ਕੀਤਾ, ਸੇਵਾ ਕੀਤੀ, ਇਹ ਪ੍ਰਵਾਨ ਹੈ। ਜਦੋਂ ਤੇਰੇ ਅੰਦਰ ਇਹ ਸ਼ੁਭ ਗੁਣ ਪ੍ਰਗਟ ਹੋ ਗਏ, ਤੇਰੇ ਅੰਦਰ ਮਤ ਹੁੰਦੇ ਹੋਏ ਆਣਾ ਹੋ ਗਿਆ, ਤਾਣ ਹੁੰਦੇ ਨਿਤਾਣਾ ਹੋ ਗਿਆ, ਅਣ ਹੁੰਦੇ ਆਪ ਵੰਡਾਏ, ਕੁਛ ਵੀ ਨਹੀਂ ਤਾਂ ਵੀ ਬਣਨਾ ਸ਼ੁਰੂ ਕਰ ਦਿੱਤਾ। ਫਿੱਕਾ ਬੋਲ ਤੇਰੇ ਜੀਵਨ ਵਿੱਚੋਂ ਪਾਸੇ ਹੋ ਗਿਆ। ਤੂੰ ਮਨੁੱਖਤਾ ਦਾ ਖਿਆਲ ਰੱਖਦਾ ਹੈ ਆਪਣੇ ਜੀਵਨ ਵਿੱਚ ਕਿ ਤੇਰੇ ਕਰਕੇ ਕਿਸੇ ਨੂੰ ਦੁੱਖ ਨਾ ਪਹੁੰਚੇ। ਗੁਰੂ ਕਿਰਪਾ ਕਰੇ ਕਿ ਸਾਡੇ ਅੰਦਰ ਇਹ ਵਚਨ ਜਿਹੜੇ ਨੇ ਉਹ ਟਿਕ ਜਾਣ। ਜਿਸ ਦਿਨ ਬਾਬਾ ਫਰੀਦ ਜੀ ਦੇ ਇਹ 130 ਸ਼ਲੋਕ ਅਸੀਂ ਪਿਛਲੇ ਦਿਨਾਂ ਤੋਂ ਵਿਚਾਰੇ ਨੇ, ਅੱਜ ਕਥਾ ਇੱਥੇ ਸੰਪੂਰਨ ਹੋ ਰਹੀ ਹੈ। ਗੁਰੂ ਨਾਨਕ ਨੇ ਕਿਰਪਾ ਕੀਤੀ ਕਿ ਇਹਨਾਂ ਸ਼ਲੋਕਾਂ ਦੀ ਦਾਸ ਕੋਲੋਂ ਇਹ ਸੇਵਾ ਲਈ, ਆਪ ਸੰਗਤਾਂ ਕੋਲੋਂ ਸੁਣਨ ਦੀ ਸੇਵਾ ਲਈ ਗੁਰੂ ਮਹਾਰਾਜ ਆਪ ਨਾਮ ਸਭ ਦੇ ਜਾਣੇ ਜਾਣ ਨੇ ਕਿਰਪਾ ਕਰਨ ਕਿ ਇਸ ਸ਼ਲੋਕਾਂ ਦਾ ਭਾਵ ਕਹਿਣ ਵਾਲਿਆਂ ਦੇ ਅਤੇ ਸੁਣਨ ਵਾਲਿਆਂ ਦੇ ਹਿਰਦੇ 'ਚ ਵਸ ਸਕੇ ਅਤੇ ਅਸੀਂ ਇਸ ਬਾਣੀ ਦੇ ਰਾਹੀਂ ਆਪਣੇ ਜੀਵਨ ਨੂੰ ਸਵਾਰ ਸਕੀਏ ਔਰ ਇਹਨਾਂ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਉਤਾਰ ਸਕੀਏ। ਇਹ ਅਰਦਾਸ ਕਰੋ ਮਹਾਰਾਜ ਕਿ ਅਸੀਂ ਤੇਰੇ ਹਾਂ, ਤੂੰ ਇੱਕ ਕਿਰਪਾ ਸਾਡੇ ਉੱਤੇ ਕਰ। ਜੇ ਤੂੰ ਤੁਠਾ ਕਿਰਪਾ ਨਿਧਾਨ। ਇਹ ਬਚਨ ਅਕਸਰ ਜਦੋਂ ਤੁਸੀਂ ਗੁਰੂ ਘਰ ਆਉਂਦੇ, ਘਰ ਵਿੱਚ ਬੈਠਦੇ ਹੋ, ਵਿਚਰਦੇ ਹੋ, ਤੇ ਇਹ ਬਚਨ ਕਿਹਾ ਕਰੋ ਵੀ ਸੱਚੇ ਪਾਤਸ਼ਾਹ ਜੇ ਤੂੰ ਤੁਠਾ ਹੈ, ਜੇ ਤੂੰ ਉਠਾ ਕੇ ਅੱਜ ਮੇਰੇ ਕੋਲੋਂ ਨਿਤਨੇਮ ਕਰਾ ਲਿਆ, ਜੇ ਤੂੰ ਕਿਰਪਾ ਕੀਤੀ ਆਪਣਾ ਪਾਠ ਕਰਾ ਲਿਆ, ਸਤਸੰਗ ਕਰਾ ਲਿਆ, ਜੇ ਤੂੰ ਤੁਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਲ, ਇਹਾਂ ਪਾਈ ਮੂੰਹ ਦਾਤੜੀ। ਇਹ ਜਿਹੜੀ ਨਾਮ ਦੀ ਦਾਤ ਹੈ, ਤੇਰੀ ਵਿਚਾਰ ਦੀ ਦਾਤ ਹੈ, ਤੇਰੀ ਸਿੱਖਿਆ ਦੀ ਦਾਤ ਹੈ, ਇਹਾਂ ਪਾਈ ਮੂੰਹ ਦਾਤੜੀ। ਨਿਤ ਹਿਰਦੇ ਰੱਖਾਂ ਸੰਭਾਲ। ਤੇਰਾ ਇੱਕ ਇੱਕ ਬਚਨ ਮੈਂ ਹਿਰਦੇ ਵਿੱਚ ਸੰਭਾਲ ਕੇ ਰੱਖਾਂ, ਇਹ ਕਿਰਪਾ ਮੇਰੇ ਉੱਤੇ ਕਰ ਦੇ। ਬਸ ਇਹ ਮੰਗਿਆ ਕਰੋ, ਕਿਉਂਕਿ ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਰ ਨਾ ਸਾਕੈ ਜਾਲੇ। ਇਤਨੀਆਂ ਬੇਨਤੀਆਂ ਪ੍ਰਵਾਨ। ਸਾਰਿਆਂ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ ਜਿਨ੍ਹਾਂ ਨੇ ਆਪ ਕਿਰਪਾ ਕਰਕੇ ਇਹ ਸੇਵਾ ਲਈ ਅਤੇ ਆਪ ਸੰਗਤਾਂ ਦੇ ਨਾਲ ਬਾਬਾ ਫਰੀਦ ਜੀ ਦੀ ਬਾਣੀ ਦੀ ਵਿਚਾਰ ਸਾਂਝੀ ਕਰਾਈ। ਸੋ ਸਭਨਾਂ ਦਾ ਬਹੁਤ ਧੰਨਵਾਦ। ਅਨੰਤ ਭੁੱਲਾਂ ਦੀ ਖਿਮਾ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨਕ ਵਾਰ।